ਨੌਵਾਂ ਅੰਕ। ਅਜੇ ਰਾਤ ਦਾ ਇੱਕ ਨਹੀਂ ਵੱਜਿਆ ਕਿ ਬੇਜੀ ਦੀ ਨੀਂਦ ਖੁੱਲ੍ਹ ਗਈ। ਵੈਗਰੂ ਵੈਗਰੂ ਕਰਦੇ ਉੱਠ ਕੇ ਗੁਸਲਖਾਨੇ 'ਚ ਜਾ ਕੇ ਮੂੰਹ ਹੱਥ ਧੋ ਕੇ ਮੂੰਹ 'ਚ ਸ਼ਲੋਕ ਉਚਾਰਦੇ ਬਾਹਰ ਆਏ ਕਿ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨੌਦ ਬਿਹਾਤ ਹੈ, ਫੂਟੇ ਘਰ ਜਿਉ ਪਾਣੀ। ਫਿਰ ਸਿਮਰਨ ਵੱਲ ਝਾਕੇ। ਅੱਧੀਆਂ ਕੁ ਖੁੱਲ੍ਹੀਆਂ ਅੱਖਾਂ ਨਾਲ ਸੁੱਤੀ ਉਹਨਾਂ ਨੂੰ ਉਹ ਪਰੀ ਕਥਾ ਜੀ ਲੱਗੀ। ਅਸਮਾਨ ਉੱਤੇ ਸਪਤਰਿਸ਼ੀ ਘੁੰਮ ਕੇ ਅਜੇ ਇੱਧਰੋਂ ਉੱਧਰ ਨਹੀਂ ਸੀ ਆਏ। ਅਸਮਾਨ ਵੱਲ ਝਾਕ ਕੇ ਉਹ ਸੋਚਣ ਲੱਗ ਗਏ ਕਿ ਜਦੋਂ ਕੋਈ ਚੰਗਾ ਬੰਦਾ ਮਰਦਾ ਹੈ ਤਾਂ ਤਾਰਾ ਬਣ ਜਾਂਦਾ ਹੈ। ਸਿਮਰਨ ਦੇ ਨਾਨਾ ਜੀ ਵੀ ਤਾਰਾ ਹੀ ਬਣ ਗਏ ਹੋਣੇ ਆ। ਉਹਨਾਂ ਨੂੰ ਅਸੀਂ ਕਦੇ ਯਾਦ ਤਾਂ ਆਉਂਦੇ ਹੀ ਹੋਵਾਂਗੇ। ਸੜਕ ਤੋਂ ਪਾਰ ਬਿੱਲੀਆਂ ਪਹਿਲੇ ਲੜ ਰਹੀਆਂ ਸਨ, ਫਿਰ ਰੋਣ ਲੱਗ ਪਈਆਂ। ਦੂਰ ਕਿਧਰੇ ਕੁੱਤੇ ਵੀ ਭੌਂਕ ਰਹੇ ਸਨ। ਹੇ ਰੱਬਾ ਸੁੱਖ ਰੱਖੀ। ਕੁੱਤੇ ਬਿੱਲੀਆਂ ਨੂੰ ਜਦੋਂ ਮੌਤ ਦਿਸਦੀ ਹੈ ਉਦੋਂ ਹੀ ਰੋਂਦੇ ਨੇ। ਮੌਤ ਤਾਂ ਅੱਜ ਕੱਲ੍ਹ ਗਲੀ ਗਲੀ ਮਹੱਲੇ ਮਹੱਲੇ ਫਿਰਦੀ ਹੈ। ਬੇਜੀ ਆਪਣੇ ਆਪ ਨਾਲ ਗੱਲਾਂ ਕਰ ਰਹੀ ਸੀ। ਕੁਝ ਚਿਰ ਮਗਰੋਂ ਘੜਿਆਲ ਨੇ 2 ਵਜਾਏ। ਹੁਣ ਦੇਵਤਿਆਂ ਦਾ ਪਹਿਰਾ ਸ਼ੁਰੂ ਹੋ ਗਿਆ। ਹਵਾ ਠੰਡੀ ਚੱਲਣ ਲੱਗ ਪਈ ਹੈ। ਬੇਜੀ ਨੂੰ ਖਿਆਲ ਆਇਆ ਉੱਪਰ ਕੁਲਦੀਪ ਦੇ ਕਮਰੇ ਦੀ ਲਾਈਟ ਜਗੀ ਤੇ ਫਿਰ ਬੁਝ ਗਈ। ਸ਼ਾਇਦ ਉੱਠ ਕੇ ਪਾਣੀ ਪੀਤਾ ਸੀ। ਉਹਨੇ ਸਵੇਰੇ ਫਿਰ ਦਿੱਲੀ ਚੱਲਣ ਲਈ ਆਖਣਾ। ਬੇਜੀ ਸੋਚਣ ਲੱਗੇ, ਪਰ ਉਹ ਅਜੇ ਦਿੱਲੀ ਜਾਣ ਲਈ ਤਿਆਰ ਨਹੀਂ ਸਨ। ਉਹਨਾਂ ਨੂੰ ਲੱਗਦਾ ਸੀ ਇਸ ਦੁੱਖ ਦੇ ਵੇਲੇ, ਇਸ ਔਖੀ ਘੜੀ ਆਪਣੇ ਲੋਕਾਂ ਨੂੰ ਛੱਡ ਕੇ ਥੋੜ੍ਹੇ ਕਿਧਰੇ ਤੁਰ ਜਾਈਦਾ। ਬੇਜੀ ਕੁਲਦੀਪ ਦੇ ਨਾਲ ਦਿੱਲੀ ਨਹੀਂ ਗਏ ਤੇ ਬੇਜੀ ਨੂੰ ਛੱਡ ਕੇ ਸਿਮਰਨ ਵੀ ਨਹੀਂ ਗਈ, ਕਿਉਂਕਿ ਅਹਿਮਦਾਬਾਦ ਤੋਂ ਪ੍ਰਕਾਸ਼ ਦੀ ਤਾਰ ਆਈ ਸੀ ਕਿ ਉਹ ਇੱਕ ਅੱਧੇ ਦਿਨ 'ਚ ਪਟਿਆਲੇ ਪਹੁੰਚ ਰਿਹਾ। ਅਜਿਹੇ ਵੇਲੇ ਪ੍ਰਕਾਸ਼ ਨੂੰ ਪੰਜਾਬ ਨਹੀਂ ਸੀ ਆਉਣਾ ਚਾਹੀਦਾ। ਪੰਜਾਬ ਵਿੱਚੋਂ ਤਾਂ ਬਹੁਤੇ ਹਿੰਦੂ ਸਗੋਂ ਬਾਹਰ ਕਿਧਰੇ ਚਲੇ ਜਾਣਾ ਚਾਹੁੰਦੇ ਨੇ। ਸਿਮਰਨ ਨੇ ਆਖਿਆ, ਉਸ ਟੱਬਰ ਵਿੱਚ ਹਿੰਦੂ ਸਿੱਖ ਦਾ ਕੋਈ ਫਰਕ ਨਹੀਂ। ਪ੍ਰਕਾਸ਼ ਦੀ ਮਾਂ ਸਿੱਖਾਂ ਦੀ ਧੀ ਹੈ। ਬੋਬੋ ਨੇ ਕਾਂਤੀ ਨਾਰਾਇਣ ਦੇ ਵਿਆਹ ਵੇਲੇ ਸਭ ਨੂੰ ਆਖ ਦਿੱਤਾ ਸੀ ਕਿ ਮੈਂ ਤਾਂ ਆਪਣੇ ਪੁੱਤਰ ਨੂੰ ਸਿੱਖਾਂ ਦੇ ਵਿਆਹਾਂਗੀ। ਬੋਬੋ ਅਸਲ ਵਿੱਚ ਤੇਰੇ ਨਾਨਾ ਜੀ ਦੇ ਨਾਲ ਹੀ ਪੁਲਿਸ ਵਿੱਚ ਸੀ। ਡਾਕੂਆਂ ਨੇ ਉੱਥੇ ਗੋਲੀ ਮਾਰ ਦਿੱਤੀ ਸੀ। ਮਰਨ ਲੱਗਿਆ ਤੇਰੇ ਨਾਨਾ ਜੀ ਨੂੰ ਆਖ ਗਿਆ ਵੀ ਭੈਣ ਦਾ ਖਿਆਲ ਰੱਖਿਓ। ਮਰਦੇ ਦਮ ਤੱਕ ਤੇਰੇ ਨਾਨਾ ਜੀ ਨੇ ਬੋਲ ਪੁਗਾਏ। ਬੋਬੋ ਨੂੰ ਭੈਣ ਬਣਾ ਕੇ ਉਹਦੇ ਹਰ ਦੁੱਖ ਸੁੱਖ ਵਿੱਚ ਖੜੇ। ਕਾਂਤੀ ਨਾਰਾਇਣ ਦੀ ਨਾਨਕ ਸ਼ੱਕ ਵੀ ਤੇਰੇ ਨਾਨਾ ਜੀ ਨੇ ਭਰੀ ਸੀ। ਬੋਬੇ ਨੂੰ ਤਾਂ ਮਰੀ ਨੂੰ ਕਈ ਵਰ੍ਹੇ ਹੋ ਗਏ ਨੇ। ਕਾਂਤੀ ਨਾਰਾਇਣ ਵੀ ਵਿਚਾਰਾ ਨਹੀਂ ਰਿਹਾ। ਇਹ ਪ੍ਰਕਾਸ਼ ਉਸੇ ਦਾ ਮੁੰਡਾ ਹੈ। ਅਹਿਮਦਾਬਾਦ ਇਹਨਾਂ ਦਾ ਕੱਪੜੇ ਦਾ ਮਿੱਲ ਹੈ। ਮੈਨੂੰ ਤਾਂ ਕਈ ਸਾਲ ਹੋ ਗਏ ਨੇ ਦੇਖੇ ਨੂੰ ਵੀ। ਸੰਸਾ ਹੀ ਲੱਗਿਆ ਰਹੂ ਜਦ ਤਾਈਂ ਮੁੜ ਨਹੀਂ ਜਾਂਦਾ। ਤੀਸਰੇ ਦਿਨ ਪ੍ਰਕਾਸ਼ ਸੱਚੀ ਆ ਗਿਆ। ਉਹਨੇ ਆ ਕੇ ਬੇਜੀ ਦੇ ਪੈਰੀਂ ਹੱਥ ਲਾਏ। ਬੇਜੀ ਨੇ ਉਹਦੀ ਮਾਂ ਦੀ ਸੁੱਖ ਸਾਂਦ ਪੁੱਛੀ। ਪ੍ਰਕਾਸ਼ ਦੇ ਖਾਣਾ ਖਾ ਚੁੱਕਣ ਮਗਰੋਂ ਬੇਜੀ ਬੜੇ ਚਿੰਤਾਤੁਰ ਜਿਹੇ ਹੋ ਕੇ ਆਖਣ ਲੱਗੇ, ਕਾਕਾ ਇਹ ਵੇਲਾ ਨਹੀਂ ਸੀ ਪੰਜਾਬ ਆਉਣ ਦਾ। ਪਰ ਮਾਮੀ ਜੀ, ਤੇਰੀ ਤਾਂ ਮੈਂ ਨਾਨੀ ਲੱਗ ਗਈ। ਮਾਮੀ ਤਾਂ ਤੇਰੇ ਪਿਓ ਦੀ ਸੀ, ਬੇਜੀ ਨੇ ਗੱਲ ਟੋਕ ਕੇ ਦੱਸਿਆ। ਪਰ ਨਾਨੀ ਜੀ, ਬੀਬੀ ਨੂੰ ਮੈਂ ਕਿਵੇਂ ਸਮਝਾਉਂਦਾ। ਨਿੱਤ ਪੰਜਾਬ ਦੀਆਂ ਖਬਰਾਂ ਸੁਣ ਕੇ ਘਬਰਾ ਜਾਂਦੀ ਤੇ ਆਖਦੀ, ਮਾਮੀ ਜੀ ਹੋਰਾਂ ਨੂੰ ਆਪਣੇ ਪਾਸ ਅਹਿਮਦਾਬਾਦ ਲੈ। ਇਉਂ ਭੱਜ ਕੇ ਕਿੱਥੇ ਜਾਵਾਂਗੇ ਕਾਕਾ, ਨਾਲੇ ਜੋ ਤਕਦੀਰ 'ਚ ਲਿਖਿਆ ਉਹ ਤਾਂ ਹੋ ਕੇ ਹੀ ਰਹਿਣਾ। ਨਹੀਂ ਨਾਨੀ ਜੀ, ਫਿਰ ਭਾਵੇਂ ਤੁਸੀਂ ਆ ਜਾਣਾ, ਪਰ ਅਜੇ ਚੱਲੋ। ਅਸੀਂ ਉੱਧਰ ਬਹੁਤ ਮਾੜੀਆਂ ਖਬਰਾਂ ਸੁਣੀਆਂ ਨੇ। ਕੀ ਮਾੜੀਆਂ ਖਬਰਾਂ? ਸ਼ਾਇਦ ਪਾਕਿਸਤਾਨ ਹਮਲਾ ਕਰਦਾ ਹੈ। ਨਾਲੇ ਲੋਕ ਇਹ ਵੀ ਆਖਦੇ ਨੇ ਕਿ ਪਾਕਿਸਤਾਨ ਦਾ ਨਾਂ ਲਾ ਕੇ ਸ਼ਾਇਦ ਸਰਕਾਰ ਆਪ ਹੀ ਪੰਜਾਬ 'ਤੇ ਬੰਬ ਸੁੱਟਵਾ ਦੇਵੇ। ਪ੍ਰਕਾਸ਼ ਨੇ ਬਹੁਤ ਪਰੇਸ਼ਾਨ ਜਿਹਾ ਹੋ ਕੇ ਦੱਸਿਆ। ਪਰ ਕਿਉਂ? ਬੇਜੀ ਨੇ ਹੈਰਾਨ ਹੋ ਕੇ ਪੁੱਛਿਆ। ਸਰਕਾਰ ਨੂੰ ਇਹ ਜਚਾਇਆ ਗਿਆ ਹੈ ਕਿ ਸਿੱਖ ਬਾਹਰਲੀਆਂ ਤਾਕਤਾਂ ਨਾਲ ਰਲ ਕੇ ਹਿੰਦੁਸਤਾਨ ਦੇ ਟੁਕੜੇ ਕਰਨਾ ਚਾਹੁੰਦੇ ਨੇ। ਹਿੰਦੁਸਤਾਨ ਸਰਕਾਰ ਦੇ ਪਿਓ ਦਾ ਤਾਂ ਨਹੀਂ, ਸਿੱਖਾਂ ਦਾ ਵੀ ਓਨਾ ਹੀ ਹੈ। ਉਹ ਕਿਉਂ ਬਾਹਰਲੀਆਂ ਤਾਕਤਾਂ ਨਾਲ ਰਲਣਗੇ? ਇਹ ਸਭ ਝੂਠ ਹੈ, ਬੇਜੀ ਨੇ ਜਿਵੇਂ ਤਪ ਕੇ ਆਖਿਆ। ਅੱਜ ਕੱਲ੍ਹ ਸੱਚ ਝੂਠ ਨੂੰ ਕੌਣ ਜਾਣਦਾ ਨਾਨੀ ਜੀ? ਇਹ ਨਾ ਹੋਵੇ ਕਿ ਕੋਈ ਮੁਸੀਬਤ ਆ ਜਾਵੇ। ਬੀਬੀ ਆਖਦੀ ਸੀ, ਬੋਬੋ ਜਿਉਂਦੀ ਹੁੰਦੀ ਤਾਂ ਚਿੱਠੀ ਪਾ ਕੇ ਬੁਲਾ ਲੈਂਦੀ। ਪਰ ਹੁਣ ਤੂੰ ਜਾ ਲੈ ਕੇ ਆ। ਜਿੰਨਾ ਚਿਰ ਇੱਧਰ ਸ਼ਾਂਤੀ ਨਹੀਂ ਹੋ ਜਾਂਦੀ ਤੁਸੀਂ ਉੱਥੇ ਸਾਡੇ ਕੋਲ ਰਹੋ, ਪ੍ਰਕਾਸ਼ ਆਖ ਰਿਹਾ ਸੀ। ਕੁਲਦੀਪ ਸਿੰਘ ਵੀ ਆਖਦਾ ਸੀ, ਦਿੱਲੀ ਚਲੋ। ਕੋਈ ਨਹੀਂ, ਜੇ ਮੈਨੂੰ ਲੱਗਿਆ ਕੋਈ ਡਰ ਵਾਲੀ ਗੱਲ ਹੈ ਤੇ ਮੈਂ ਸਿਮਰਨ ਨੂੰ ਲੈ ਕੇ ਆ ਜਾਊਂ, ਆਖ ਬੇਜੀ ਨੇ ਪ੍ਰਕਾਸ਼ ਨੂੰ ਤਸੱਲੀ ਦਿੱਤੀ। ਇਹ ਸਿਮਰਨ ਹੈ? ਕਿੰਨੀ ਵੱਡੀ ਹੋ ਗਈ। ਮੱਥਾ ਟੇਕਦਾ ਛੋਟੀ ਭੈਣ। ਪ੍ਰਕਾਸ਼ ਨੇ ਸਿਮਰਨ ਨੂੰ ਤੁਰੀ ਆਉਂਦੀ ਨੂੰ ਦੇਖ ਕੇ ਖੜੇ ਹੁੰਦੇ ਨੇ ਹੱਸ ਕੇ ਆਖਿਆ, ਜਿਉਂਦੇ ਰਹੋ ਬਾਈ ਜੀ, ਰੱਬ ਤੁਹਾਨੂੰ ਬਹੁਤ ਸਾਰੇ ਪੁੱਤਰ ਦੇਵੇ। ਸਿਮਰਨ ਨੇ ਵੀ ਉਸੇ ਤਰ੍ਹਾਂ ਮਜ਼ਾਕ ਨਾਲ ਆਖਿਆ। ਬਹੁਤੇ ਬੱਚੇ ਅੱਜ ਕੱਲ੍ਹ ਕੋਈ ਅਸੀਸ ਨਹੀਂ, ਸਗੋਂ ਬਦ ਅਸੀਸ ਹੈ ਕਿ ਕਬੀਲਦਾਰੀ ਦੇ ਚੱਕਰ 'ਚ ਅਗਲਾ ਕੋਲੂ ਦੇ ਬਲਦਾਂ ਘੁੰਮਦਾ ਰਹੇ। ਪ੍ਰਕਾਸ਼ ਨੇ ਆਖਿਆ,
ਕਬੀਲਦਾਰੀ ਦਾ ਫਿਕਰ ਸਧਾਰਨ ਲੋਕਾਂ ਨੂੰ ਹੁੰਦਾ ਹੈ, ਅਮੀਰਾਂ ਨੂੰ ਨਹੀਂ। ਸਿਮਰਨ ਬੋਲੀ। ਸਧਾਰਨ ਬੰਦਿਆਂ ਨੂੰ ਸਧਾਰਨ ਬੰਦਿਆਂ ਵਾਲੇ ਫਿਕਰ ਹੁੰਦੇ ਨੇ। ਮੈਨੂੰ ਤਾਂ ਲੱਗਦਾ ਸਿਮਰਨ, ਜਿੰਨੇ ਕੁ ਜੋਗਾ ਕੋਈ ਬੰਦਾ ਹੁੰਦਾ, ਰੱਬ ਉਸ ਦੇ ਘੁੰਮਣ ਲਈ ਓਡਾ ਕੁ ਜ਼ਿੰਦਗੀ ਦਾ ਚੱਕਰ ਬਣਾ ਦਿੰਦਾ ਹੈ। ਜਿਵੇਂ ਆਖਦੇ ਨੇ, ਇੱਕ ਵਾਰੀ ਇੱਕ ਬੰਦੇ ਨੇ ਸਿਵਾ ਜਗਾ ਲਿਆ ਤੇ ਇੱਕ ਭੂਤ ਨੂੰ ਕਾਬੂ ਕਰ ਲਿਆ। ਭੂਤ ਆਖਣ ਲੱਗਿਆ, ਮੈਂ ਓਨਾ ਚਿਰ ਹੀ ਤੇਰੇ ਕਾਬੂ 'ਚ ਰਹਾਂਗਾ ਜਿੰਨਾ ਚਿਰ ਤੂੰ ਮੈਨੂੰ ਕੰਮ ਲਾਈ ਰੱਖੇਂਗਾ। ਬੰਦਾ ਜਿਹੜਾ ਉਹਨੂੰ ਕੰਮ ਆਖੇ ਉਹ ਝੱਟ ਕਰਕੇ ਵਿਹਲਾ ਹੋ ਜਾਏ। ਅਖੀਰ ਬੰਦੇ ਨੇ ਵਿਹੜੇ 'ਚ ਇੱਕ ਬਾਂਸ ਗੱਡ ਕੇ ਭੂਤ ਨੂੰ ਆਖਿਆ ਕਿ ਤੂੰ ਇਹ ਬਾਂਸ ਉੱਪਰ ਚੜ੍ਹੀ ਜਾ ਤੇ ਉਤਰੀ ਜਾ, ਤੇਰੇ ਲਈ ਇਹੀ ਕੰਮ ਹੈ। ਅਜਿਹੀ ਹਾਲ ਰੱਬ ਨੇ ਬੰਦਿਆਂ ਦਾ ਕਰ ਰੱਖਿਆ। ਪ੍ਰਕਾਸ਼ ਨੇ ਸਿਮਰਨ ਨੂੰ ਸਮਝਾਇਆ, ਇਹ ਸਾਡੀ ਆਪਣੀ ਸਮਝ ਹੈ ਕਿ ਅਸੀਂ ਰੱਬ ਨੂੰ ਕਿਸ ਰੂਪ 'ਚ ਚਿਤਵਦੇ ਹਾਂ। ਬਾਈ ਜੀ, ਚੱਲ ਤੂੰ ਪਹਿਲਾਂ ਇਹੀ ਦੱਸ ਕਿ ਰੱਬ ਹੈ ਕੀ? ਪ੍ਰਕਾਸ਼ ਨੇ ਆਖਿਆ, ਰੱਬ ਉਹ ਵਿਰਾਟ ਸੱਤਾ ਹੈ ਜੋ ਤਿੰਨ ਲੋਕ, ਤਿੰਨ ਕਾਲ, ਸੰਪੂਰਨ ਜੜ, ਚੇਤਨ ਤੇ ਬੁੱਧੀ ਦੇ ਪਿੱਛੇ ਪੂਰਬ ਪ੍ਰਮਾਣ ਦੀ ਤਰ੍ਹਾਂ ਉਹਨਾਂ ਦਾ ਆਧਾਰ ਸਰੂਪ ਹੈ। ਇਸ ਵਾਰੀ ਸਿਮਰਨ ਹੱਸ ਪਈ ਤੇ ਦੱਸਣ ਲੱਗੀ, ਬਾਈ ਜੀ, ਜ਼ਿੰਦਗੀ ਦੀ ਖੇਡ ਖੇਡਣ ਲਈ ਪੱਤੇ ਸਾਨੂੰ ਦੇ ਦਿੱਤੇ ਜਾਂਦੇ ਹਨ। ਪੱਤੇ ਅਸੀਂ ਆਪ ਨਹੀਂ ਚੁਣਦੇ, ਇਹ ਸਾਨੂੰ ਸਾਡੀ ਕਰਮ ਗਤੀ ਦੇ ਹਿਸਾਬ ਨਾਲ ਮਿਲਦੇ ਹਨ। ਪਰ ਉਹਨਾਂ ਪੱਤਿਆਂ ਨਾਲ ਅਸੀਂ ਖੇਡ ਕਿਹੋ ਜਿਹੀ ਖੇਡਦੇ ਹਾਂ, ਇਹ ਖੁੱਲ੍ਹ ਸਾਨੂੰ ਹੁੰਦੀ ਹੈ। ਸਿਮਰਨ ਨੇ ਸਮਝਾਇਆ। ਨਾਨੀ ਜੀ, ਇਹ ਤਾਂ ਕੁੜੀ ਬੜੀ ਸਿਆਣੀ ਹੋ ਗਈ ਲੱਗਦੀ ਹੈ। ਆਖਦਾ ਪ੍ਰਕਾਸ਼ ਉੱਠ ਕੇ ਆਪਣੇ ਅਟੈਚੀ ਕੇਸ ਵਿੱਚੋਂ ਆਪਣੇ ਹੀ ਮਿੱਲ ਦੇ ਬਣਾਏ ਕੁਝ ਵਧੀਆ ਸੂਟਾਂ ਦੇ ਕੱਪੜੇ ਕੱਢ ਕੇ ਬੇਜੀ ਨੂੰ ਫੜਾਉਂਦਾ ਆਖਣ ਲੱਗਾ, ਇਹ ਬੀਬੀ ਨੇ ਭੇਜੇ ਨੇ। ਲੈ ਹੈ ਕਮਲੇ, ਮੈਂ ਦੇਣ ਦੇ ਥਾਂ ਆ ਕਿ ਲੈਣ ਦੇ? ਬੇਜੀ ਬੋਲੇ। ਛੱਡੋ ਬੇਜੀ, ਇਹ ਪੁਰਾਣੀਆਂ ਗੱਲਾਂ, ਤੁਸੀਂ ਸਾਰੀ ਉਮਰ ਦਿੰਦੇ ਹੀ ਰਹੇ ਹੋ। ਨਹੀਂ ਕਾਕਾ, ਬੰਦੇ ਨੂੰ ਆਪਣਾ ਧਰਮ ਕਰਮ ਨਹੀਂ ਭੁੱਲਣਾ ਚਾਹੀਦਾ। ਹੁਣ ਇਉਂ ਕਰੀ, ਫਿਰ ਪੈਸੇ ਲੈ ਜਾਈਂ ਤੂੰ ਇਹਨਾਂ ਕੱਪੜਿਆਂ ਦੇ। ਪੈਸੇ ਫਿਰ ਖਾਸੇ ਸਾਰੇ ਦੇ ਦਿਓ, ਕੱਪੜਿਆਂ ਦੇ ਕਿਉਂ ਦੇਣੇ ਨੇ? ਪ੍ਰਕਾਸ਼ ਨੇ ਹੱਸ ਕੇ ਆਖਿਆ। ਤੇ ਫਿਰ ਸਾਰਾ ਦਿਨ ਬੇਜੀ ਪ੍ਰਕਾਸ਼ ਨਾਲ ਘਰ ਗ੍ਰਸਤੀ ਦੀਆਂ, ਲੰਘ ਗਏ ਭਲੇ ਵੇਲਿਆਂ ਦੀਆਂ, ਭਵਿੱਖ ਦੀਆਂ ਚਿੰਤਾਵਾਂ ਦੀਆਂ ਗੱਲਾਂ ਕਰਦੇ ਰਹੇ। ਉਹਦੇ ਆਰ ਪਰਿਵਾਰ ਬਾਰੇ ਵੀ ਪੁੱਛਦੇ ਰਹੇ। ਨਾਨੀ ਜੀ, ਆਖੋ ਤਾਂ ਉਧਰ ਸਿਮਰਨ ਲਈ ਕੋਈ ਲੜਕਾ ਲੱਭਾ? ਬੜੇ ਅਮੀਰ ਅਮੀਰ ਲੋਕ ਨੇ ਉਸ ਪਾਸੇ। ਰਾਤ ਨੂੰ ਰੋਟੀ ਖਾਣ ਵੇਲੇ ਪ੍ਰਕਾਸ਼ ਨੇ ਸਿਮਰਨ ਵੱਲ ਝਾਕ ਕੇ ਪੁੱਛਿਆ। ਸਿਮਰਨ ਨੂੰ ਪੁੱਛ ਲੈ, ਇਹ ਤਾਂ ਪੜ੍ਹਨੋਂ ਹੀ ਨਹੀਂ ਹਟਦੀ। ਮੈਂ ਤਾਂ ਆਪ ਆਖਦੀ ਹਾਂ ਵੀ ਬਹੁਤੀਆਂ ਪੜ੍ਹੀਆਂ ਹੋਈਆਂ ਕੁੜੀਆਂ ਦਾ ਅਗਲੇ ਰਿਸ਼ਤਾ ਲੈਣ ਤੋਂ ਝਿਜਕ ਜਾਂਦੇ ਨੇ। ਚੰਗਾ ਘਰ ਕੋਈ ਨੌਕਰੀ ਤਾਂ ਕਰਵਾਉਂਦਾ ਨਹੀਂ, ਫਿਰ ਕੁੜੀ 10 ਜਮਾਤਾਂ ਪੜ੍ਹੀ ਹੋਵੇ ਕਿ 20, ਕੀ ਫਰਕ ਪੈਂਦਾ? ਬੇਜੀ ਨੇ ਦੱਸਿਆ। ਲੈ, ਪੈਸੇ ਵਾਲਾ ਘਰ ਹੀ ਤਾਂ ਸਿਰਫ ਚੰਗਾ ਘਰ ਨਹੀਂ ਹੁੰਦਾ ਬੇਜੀ, ਸਿਮਰਨ ਬੋਲੀ। ਅੱਜ ਦੇ ਸਮੇਂ 'ਚ ਪੈਸੇ ਵਾਲਾ ਘਰ ਹੀ ਚੰਗਾ ਜਾਂ ਮਾੜਾ ਘਰ ਹੋ ਸਕਦਾ ਹੈ। ਪੈਸੇ ਨਾਲ ਤੁਸੀਂ ਬੰਦੇ ਤੋਂ ਲੈ ਕੇ ਰੱਬ ਤੱਕ ਸਭ ਕੁਝ ਖਰੀਦ ਸਕਦੇ ਹੋ, ਪ੍ਰਕਾਸ਼ ਬੋਲਿਆ। ਪਰ ਸਾਰੇ ਲੋਕ ਤਾਂ ਇਉਂ ਨਹੀਂ ਸੋਚਦੇ, ਸਿਮਰਨ ਬੋਲੀ। ਸਿਰਫ ਸੋਚਣ ਨਾਲ ਤਾਂ ਕੁਝ ਨਹੀਂ ਹੁੰਦਾ। ਪੈਸਾ ਜਿਉਣ ਲਈ ਹੁੰਦਾ ਹੈ, ਨਾ ਕਿ ਪੈਸੇ ਲਈ ਜਿਉਇਆ ਜਾਵੇ, ਸਿਮਰਨ ਨੇ ਮੁੜ ਆਖਿਆ। ਕਿਵੇਂ ਜਿਉਣਾ ਹੈ, ਕਾਹਦੇ ਲਈ ਜਿਉਣਾ ਹੈ, ਇਹ ਵੀ ਪੈਸਾ ਹੀ ਸਿਖਾਉਂਦਾ ਹੈ। ਪਿਕਾਸੋ ਦੀਆਂ ਪੇਂਟਿੰਗਸ ਤੇ ਬੜੇ ਗੁਲਾਮ ਅਲੀ ਖਾਂ ਦਾ ਗਾਇਨ ਕੀ ਕਿਸੇ ਮਜ਼ਦੂਰ ਲਈ ਕੋਈ ਮਾਇਨੇ ਰੱਖਦੇ ਨੇ? ਮੈਂ ਤਾਂ ਆਪ ਸਿਮਰਨ ਨੂੰ ਕਈ ਵਾਰ ਆਖਿਆ ਬਈ ਅੱਗੇ ਲੋਕ ਰਿਸ਼ਤਾ ਨਾਤਾ ਕਰਨ ਵੇਲੇ ਕਈ ਪੀੜ੍ਹੀਆਂ ਤੱਕ ਦਾ ਅੱਗਾ ਪਿੱਛਾ ਦੇਖਦੇ ਸੀ। ਬੇਜੀ ਬੋਲੀ। ਚੱਲ ਤੂੰ ਦੱਸ, ਅਗਰ ਕਿਸੇ ਕੋਲ ਪੈਸਾ ਹੈ ਤਾਂ ਮਾੜਾ ਕਿਵੇਂ ਹੈ? ਪ੍ਰਕਾਸ਼ ਨੇ ਸਿਮਰਨ ਨੂੰ ਸਿੱਧਾ ਸਵਾਲ ਕੀਤਾ। ਪੈਸਾ ਹੋਣਾ ਮਾੜੀ ਗੱਲ ਨਹੀਂ, ਪਰ ਮਾੜੇ ਹੋਏ ਬਿਨਾਂ ਕਿਸੇ ਕੋਲ ਪੈਸਾ ਜਮ੍ਹਾਂ ਹੋ ਹੀ ਨਹੀਂ ਸਕਦਾ। ਹੁਣ ਨਾਨੀ ਜੀ ਕੋਲ ਬਥੇਰੇ ਪੈਸੇ ਨੇ, ਕੀ ਇਹ ਮਾੜੇ ਨੇ? ਪ੍ਰਕਾਸ਼ ਨੇ ਮਜ਼ਾਕ ਨਾਲ ਪੁੱਛਿਆ। ਚੱਲ ਕਾਕਾ, ਇਹ ਤਾਂ ਨਿਆਣੀ ਹੈ, ਕੋਈ ਚੰਗਾ ਲੜਕਾ ਮਿਲਿਆ ਉੱਧਰ ਆਪਾਂ ਦੇਖ ਲਵਾਂਗੇ, ਸਿਮਰਨ ਦੀ ਥਾਂ ਬੇਜੀ ਨੇ ਆਖਿਆ। ਤੁਸੀਂ ਉੱਥੇ ਚੱਲ ਕੇ ਰਹੋ, ਲੜਕਾ ਵੀ ਕੋਈ ਨਾ ਕੋਈ ਮਿਲ ਹੀ ਜਾਊਗਾ। ਤੇ ਨਾਲੇ ਬੀਬੀ ਬੜਾ ਫਿਕਰ ਕਰਦੀ ਰਹਿੰਦੀ ਹੈ। ਕੋਈ ਨਹੀਂ, ਜੇ ਹਾਲਾਤ ਬਹੁਤੇ ਵਿਗੜਦੇ ਦਿਸੇ ਆ ਜਾਵਾਂਗੇ। ਉਂਝ ਘਰੋਂ ਭੱਜ ਕੇ ਕੋਈ ਕਿੱਥੇ ਜਾ ਕੇ ਲੁਕ ਸਕਦਾ ਹੈ। ਹੋਰ ਫਿਰ ਤੂੰ ਦੱਸ ਰਹੇਂਗਾ ਨਾ ਅਜੇ ਕੁਝ ਦਿਨ? ਬੇਜੀ ਨੇ ਪ੍ਰਕਾਸ਼ ਨੂੰ ਪੁੱਛਿਆ। ਕੱਲ੍ਹ ਚੰਡੀਗੜ੍ਹ ਤੋਂ ਦਿੱਲੀ ਦਾ ਜਹਾਜ਼ ਫੜ ਲਾਂਗਾ, ਪ੍ਰਕਾਸ਼ ਨੇ ਜਦੋਂ ਆਖਿਆ। ਬੇਜੀ ਉਦਾਸ ਜਿਹੇ ਹੋ ਗਏ। ਫਿਰ ਕਦੋਂ ਆਏਗਾ? ਆਉਂਦੀ ਵਾਰੀ ਆਪਣੀ ਬੀਬੀ ਨੂੰ ਵੀ ਨਾਲ ਲੈ ਕੇ ਆਈ। ਠੀਕ ਹੈ, ਪਰ ਬੀਬੀ ਤਾਂ ਆਖਦੀ ਸੀ ਸਿਮਰਨ ਦੇ ਵਿਆਹ ਉੱਤੇ ਹੀ ਚੱਲਾਂਗੇ। ਪਤਾ ਨਹੀਂ ਕਿਉਂ ਸਾਰੇ ਲੋਕਾਂ ਨੂੰ ਮੇਰੇ ਵਿਆਹ ਦਾ ਹੀ ਫਿਕਰ ਪਿਆ ਰਹਿੰਦਾ ਹੈ, ਸਿਮਰਨ ਨੇ ਜ਼ਰਾ ਕੁ ਹੱਸ ਕੇ ਆਖਿਆ। ਕੁੜੀਆਂ ਲਈ ਸਭ ਤੋਂ ਇੰਪੋਰਟੈਂਟ ਗੱਲ ਹੀ ਵਿਆਹ ਦੀ ਹੁੰਦੀ ਹੈ, ਪ੍ਰਕਾਸ਼ ਨੇ ਵੀ ਅੱਗੋਂ ਹੱਸ ਕੇ ਕਿਹਾ। ਹੁੰਦੀ ਹੈ ਕਿ ਬਣਾ ਦਿੱਤੀ ਜਾਂਦੀ ਹੈ? ਸਿਮਰਨ ਨੇ ਗੰਭੀਰ ਹੋ ਕੇ ਪੁੱਛਿਆ। ਬੀਬੀ ਆਖਦੀ ਸੀ ਜੇ ਜੋ ਵਿਆਹ ਤੋਂ ਭੱਜਦਾ ਹੈ ਉਹਨੂੰ ਲੜਾਈ 'ਚੋਂ ਭੱਜੇ ਹੋਏ ਦੇ ਬਰਾਬਰ ਸਮਝਿਆ ਜਾਂਦਾ ਹੈ। ਪ੍ਰਕਾਸ਼ ਨੇ ਜਦੋਂ ਆਖਿਆ ਤਾਂ ਸਿਮਰਨ ਨੂੰ ਅੱਗੋਂ ਕੋਈ ਗੱਲ ਨਾ ਉੜੀ। ਫਿਰ ਤੁਸੀਂ ਵਿਆਹ ਕਿਉਂ ਨਹੀਂ ਕੀਤਾ ਅਜੇ ਤੱਕ? ਮੈਂ ਤੇ ਵਿਆਹ ਲਈ ਮੰਨਦਾ, ਪ੍ਰਕਾਸ਼ ਬੋਲਿਆ। ਫਿਰ? ਸਿਮਰਨ ਨੇ ਪੁੱਛਿਆ। ਫਿਰ ਕੀ ਕੁੜੀ ਵਾਲੇ ਨਹੀਂ ਨਾ ਮੰਨਦੇ? ਪ੍ਰਕਾਸ਼ ਨੇ ਮਜ਼ਾਕ ਵਾਂਗ ਦੱਸਿਆ। ਇਹ ਗੱਲ ਬੇਜੀ ਨੇ ਮਗਰੋਂ ਦੱਸੀ ਕਿ ਜਿਸ ਕੁੜੀ ਨਾਲ ਪ੍ਰਕਾਸ਼ ਵਿਆਹ ਕਰਨਾ ਚਾਹੁੰਦਾ ਸੀ ਉਹ ਕਿਸੇ ਹੋਰ ਨਾਲ ਵਿਆਹ ਕਰਕੇ ਅਮਰੀਕਾ ਚਲੀ ਗਈ ਸੀ। ਪ੍ਰਕਾਸ਼ ਜਾਣ ਲਈ ਤਿਆਰ ਹੋ ਗਿਆ। ਅੱਛਾ ਨਾਨੀ ਜੀ, ਉੱਥੋਂ ਦੇ ਅਹਿਮਦਾਬਾਦ ਦੇ ਫ਼ੋਨ ਨੰਬਰ ਰੱਖ ਲਓ,
ज़रा मासा भी गड़बड़ लगी तो फ्लैश कॉल कर देना, मैं आके लै जांगा। अपना कार्ड बेजी नूं दिंदिਆਂ प्रकाश ने आख्या। एक साड़ी प्रकाश दी बीबी लई ते 500 रुपया प्रकाश नूं फड़ाउंदिਆਂ बेजी ने पुछया, फिर कदों आएगा? साड़ी मैं लै जाना, रुपए रहण दिओ, मैं कोई बच्चा थोड़े ही हाँ पैसिਆਂ ਨੂੰ, प्रकाश आखण लगा। ਦੋ ਤਮਾਨ ਨੂੰ ਖਾਲੀ ਕਿਵੇਂ ਤੋਰਦੇ ਆ? ਜਾਂਦਾ ਹੀ ਟੈਲੀਫੋਨ ਕਰਦੀ ਵੀ ਪਹੁੰਚ ਗਿਆ। ਸੁੱਖ ਸਾਂਦ ਨਾਲ ਬੇਜੀ ਨੇ ਤਾਕੀਦ ਕੀਤੀ। ਜੇ ਅਜੇ ਨਹੀਂ ਚੱਲਣਾ ਤਾਂ ਛੁੱਟੀਆਂ 'ਚ ਜ਼ਰੂਰ ਆਇਓ, ਪ੍ਰਕਾਸ਼ ਨੇ ਸਿਮਰਨ ਨੂੰ ਆਖਿਆ। ਠੀਕ ਹੈ ਆਖ ਕੇ ਸਿਮਰਨ ਨੇ ਸਹਿਮਤੀ ਪ੍ਰਗਟ ਕੀਤੀ। ਉੱਥੋਂ ਦੀ ਸੈਂਟਰਲ ਲਾਇਬ੍ਰੇਰੀ ਇੰਡੀਆ ਦੀ ਸਭ ਤੋਂ ਚੰਗੀ ਲਾਇਬ੍ਰੇਰੀ ਗਿਣੀ ਜਾਂਦੀ ਹੈ। ਦੱਸ ਕੇ ਪ੍ਰਕਾਸ਼ ਨੇ ਜਿਵੇਂ ਸਿਮਰਨ ਨੂੰ ਕਿਤਾਬਾਂ ਦਾ ਲਾਲਚ ਦਿੱਤਾ। ਉੱਥੋਂ ਦੇ ਪੰਡਿਤ ਗਿਰਜਾ ਸ਼ੰਕਰ ਜੀ ਦੀ ਵੀ ਬੜੀ ਚਰਚਾ ਸੀ ਅਖਬਾਰਾਂ ਵਿੱਚ ਕਿ ਉਹਨਾਂ ਦੀਆਂ ਭਵਿੱਖਬਾਣੀਆਂ ਬੜੀਆਂ ਠੀਕ ਹੁੰਦੀਆਂ ਨੇ। ਸਿਮਰਨ ਨੇ ਪੁੱਛਿਆ। ਹਾਂ ਤੂੰ ਆਏਂਗੀ ਤਾਂ ਤੇਰੇ ਭਵਿੱਖ ਬਾਰੇ ਵੀ ਪੁੱਛ ਦਿਆਂਗੀ, ਪ੍ਰਕਾਸ਼ ਨੇ ਹੱਸ ਕੇ ਕਿਹਾ। ਮੇਰੇ ਭਵਿੱਖ ਦਾ ਮੈਨੂੰ ਪਤਾ ਹੈ, ਸਿਮਰਨ ਬੋਲੀ। ਕਿਵੇਂ ਪਤਾ? ਪ੍ਰਕਾਸ਼ ਨੇ ਪੁੱਛਿਆ। ਮੇਰਾ ਭਵਿੱਖ ਉਹੀ ਹੋਏਗਾ ਜੋ ਮੈਂ ਚਾਹਾਂਗੀ, ਸਿਮਰਨ ਨੇ ਵਿਸ਼ਵਾਸ ਨਾਲ ਆਖਿਆ। ਬੀਬੀ ਆਖਦੀ ਸੀ ਕਿ ਕਲਯੁਗ ਦੇ ਇਸ ਸਮੇਂ ਵਿੱਚ ਤਾਂ ਦੇਵਤਿਆਂ ਦੇ ਚਾਹੁਣ ਨਾਲ ਵੀ ਕੁਝ ਨਹੀਂ ਹੁੰਦਾ। ਅਸੀਂ ਬੰਦੇ ਵਿਚਾਰੇ ਕਿਹਦੇ ਪਾਣੀ ਹਾਰ ਦੇਖਦੀ ਨਹੀਂ ਦੁਨੀਆ ਉੱਤੇ ਕਿੰਨਾ ਕੁਝ ਗਲਤ ਵਾਪਰ ਰਿਹਾ। ਪ੍ਰਕਾਸ਼ ਨੇ ਦੱਸਿਆ। ਬਹੁਤ ਕੁਝ ਚੰਗਾ ਵੀ ਵਾਪਰ ਰਿਹਾ ਹੋਏਗਾ ਜਿਹਦਾ ਅਸੀਂ ਨੋਟਿਸ ਨਹੀਂ ਲੈ ਰਹੇ। ਚੰਗਾ ਸਿਰਫ ਕਿਤਾਬਾਂ ਵਿੱਚ, ਨਾਵਲ ਕਹਾਣੀਆਂ ਵਿੱਚ ਹੀ ਵਾਪਰ ਰਿਹਾ। ਸਿਮਰਨ ਭੈਣਾ, ਤੁਸੀਂ ਤੇ ਮੇਰੇ ਨਾਲੋਂ ਵੀ ਵੱਧ ਕਾਇਰ ਹੋ ਬਾਈ ਜੀ। ਜਦੋਂ ਸਿਮਰਨ ਨੇ ਆਖਿਆ ਦੋਵੇਂ ਹੱਸ ਪਏ। ਉਸ ਦਿਨ ਪ੍ਰਕਾਸ਼ ਦੇ ਚਲੇ ਜਾਣ ਮਗਰੋਂ ਸਿਮਰਨ ਨੇ ਬੇਜੀ ਨੂੰ ਆਖਿਆ, ਪ੍ਰਕਾਸ਼ ਤਾਂ ਸੱਚੀ ਮੈਨੂੰ ਆਪਣਾ ਭਾਈ ਜਿਹਾ ਲੱਗਦਾ। ਲੈ ਹੈ ਲੱਗਦਾ ਕੀ ਹੈ ਹੀ ਤੇਰਾ ਭਾਈ। ਬੋਬੋ ਤੇਰੇ ਨਾਨਾ ਜੀ ਦੀ ਭੈਣ ਦਾ ਪੋਤਰਾ ਤੇਰਾ ਭਾਈ ਤਾਂ ਲੱਗਿਆ। ਅੰਗ 10ਵਾਂ। ਅੱਜ ਜਦੋਂ ਸਿਮਰਨ ਯੂਨੀਵਰਸਿਟੀ ਗੇਟ ਤੇ ਪਹੁੰਚੀ ਤਾਂ ਗੇਟ ਬੰਦ ਸੀ। ਪਤਾ ਲੱਗਿਆ ਸਟ੍ਰਾਈਕ ਹੈ। ਲਾਊਡ ਸਪੀਕਰ ਉੱਪਰ ਬਾਰ-ਬਾਰ ਇੱਕੋ ਸ਼ਲੋਕ ਪੜ੍ਹਿਆ ਜਾ ਰਿਹਾ ਸੀ। ਭੈ ਕਾਹੂ ਕੋ ਦੇਤ ਨੈ ਭੈ ਮਾਨਤਾਨ, ਕਹ ਨਾਨਕ ਸੁਣ ਰਹੀ ਮਨਾ, ਗਿਆਨੀ ਤਾਹੀ ਬਕਾਨ। ਸਟ੍ਰਾਈਕ ਕਿਉਂ ਹੈ? ਉਹਨੇ ਆਪਣੇ ਦਫ਼ਤਰ ਦੇ ਚਪੜਾਸੀ ਰਾਮਦੇਵ ਨੂੰ ਪੁੱਛਿਆ। ਐਤਵਾਰ ਨੂੰ ਹੋਸਟਲ ਵਿੱਚੋਂ ਜਿਨ੍ਹਾਂ 2 ਲੜਕਿਆਂ ਨੂੰ ਪੁਲਿਸ ਫੜ ਕੇ ਲੈ ਗਈ ਸੀ, ਉਹਨਾਂ ਵਿੱਚੋਂ ਹਰਦੀਪ ਮਰ ਗਿਆ, ਰਾਮਦੇਵ ਨੇ ਦੱਸਿਆ। ਹਰਦੀਪ ਉਹੀ ਨਹੀਂ ਸੀ ਜਿਹੜਾ ਹਾਕੀ ਦਾ ਪਲੇਅਰ ਵੀ ਸੀ? ਪਰ ਮਰ ਕਿਵੇਂ ਗਿਆ? ਹਾਂਜੀ ਉਹੀ ਸੀ ਹਾਕੀ ਦਾ ਪਲੇਅਰ। ਆਖਦੇ ਨੇ ਪੁਲਿਸ ਨੇ ਬਹੁਤ ਮਾਰਿਆ। ਉਹਦਾ ਕੋਈ ਪੁਰਾਣਾ ਕਲਾਸ ਫੈਲੋ ਉਸ ਕੋਲ ਰਾਤ ਕੱਟ ਗਿਆ ਸੀ ਤੇ ਉਹ ਅੱਤਵਾਦੀਆਂ ਨਾਲ ਰਲਿਆ ਹੋਇਆ ਸੀ। ਉਸੇ ਮੁੰਡੇ ਬਾਰੇ ਇਹ ਤੋਂ ਪੁੱਛਦੇ ਸੀ, ਪਰ ਦੱਸਦਾ ਤਾਂ ਜੇ ਇਹਨੂੰ ਕੁਝ ਪਤਾ ਹੁੰਦਾ। ਦੇਖੋ ਜੀ, ਕੋਈ ਵੀ ਤੁਹਾਡਾ ਵਾਕਫ ਰਾਤ ਨੂੰ ਆ ਜਾਏ, ਤੁਸੀਂ ਘਰੋਂ ਤਾਂ ਕੱਢ ਨਹੀਂ ਸਕਦੇ, ਰਾਮਦੇਵ ਦੱਸ ਰਿਹਾ ਸੀ। ਪਰ ਸਿਮਰਨ ਸੁਣ ਨਹੀਂ ਰਹੀ ਸੀ। ਉਹਦੀਆਂ ਅੱਖਾਂ ਸਾਹਮਣੇ ਤਾਂ ਹਰਦੀਪ ਹਾਕੀ ਖੇਡ ਰਿਹਾ ਸੀ, ਹਰਦੀਪ ਟਰੋਫੀ ਫੜ ਰਿਹਾ, ਹਰਦੀਪ ਨੂੰ ਮਾਰਿਆ ਜਾ ਰਿਹਾ, ਹਰਦੀਪ ਮਰਿਆ ਪਿਆ। ਘੁੰਮ ਜਾਣ ਕਰਕੇ ਜਿਵੇਂ ਉਹ ਬੌਂਦਲ ਜੀ ਗਈ। ਉਹਦੇ ਪੀਲੇ ਹੋਏ ਮੂੰਹ ਵੱਲ ਵੇਖ ਕੇ ਆਪ ਹੀ ਰਾਮਦੇਵ ਪਾਣੀ ਦਾ ਗਲਾਸ ਲੈ ਆਇਆ। ਪਾਣੀ ਪੀ ਕੇ ਉਹ ਬਿਨਾਂ ਹੀ ਮਤਲਬ ਕਾਫੀ ਹਾਊਸ ਵੱਲ ਨੂੰ ਤੁਰ ਪਈ। ਬਲਦੇਵ ਉਹਨੂੰ ਰਾਹ 'ਚ ਮਿਲਿਆ ਤੇ ਉਹਦੇ ਮੂੰਹ ਵੱਲ ਵੇਖ ਕੇ ਆਖਣ ਲੱਗਿਆ, ਤੂੰ ਕਾਫੀ ਹਾਊਸ ਪਹੁੰਚ ਕੇ ਜ਼ਰਾ ਪੱਖੇ ਹੇਠਾਂ ਬੈਠ, ਮੈਂ ਮੈਡਮ ਸੌਂਦੀ ਹੋਰਾਂ ਨੂੰ ਬੁਲਾ ਕੇ ਲਿਆਵਾਂ। ਲਾਇਬ੍ਰੇਰੀ 'ਚ ਹੋਣਗੇ, ਪੀਰੀਅਡ ਤਾਂ ਅੱਜ ਕੋਈ ਲੱਗਿਆ ਨਹੀਂ, ਆਖਦਾ ਬਲਦੇਵ ਲਾਇਬ੍ਰੇਰੀ ਵੱਲ ਨੂੰ ਤੁਰ ਗਿਆ। ਸਿਮਰਨ ਕਾਫੀ ਹਾਊਸ 'ਚ ਇੱਕ ਖੁੰਝੇ 'ਚ ਜਾ ਕੇ ਬੈਠ ਗਈ। ਬਹਿਰਾ ਪਾਣੀ ਦਾ ਗਲਾਸ ਰੱਖ ਗਿਆ। ਉਹ ਪੀ ਕੇ ਸਿਮਰਨ ਨੇ ਹੋਰ ਇੱਕ ਗਲਾਸ ਪਾਣੀ ਦਾ ਮੰਗਵਾਇਆ। ਕੁਝ ਚਿਰ ਮਗਰੋਂ ਧਰਮ ਉੱਧਰ ਆਇਆ। ਇਕੱਲੇ ਬੈਠੇ ਹੋ? ਉਹਨੇ ਸਿਮਰਨ ਨੂੰ ਪੁੱਛਿਆ। ਤੁਸੀਂ ਬੈਠੋ, ਬਲਦੇਵ ਮੈਡਮ ਨੂੰ ਬੁਲਾਉਣ ਗਿਆ ਹੋਇਆ, ਸਿਮਰਨ ਨੇ ਦੂਸਰੀ ਕੁਰਸੀ ਵੱਲ ਇਸ਼ਾਰਾ ਕਰਕੇ ਕਿਹਾ। ਕੁਝ ਚਿਰ ਮਗਰੋਂ ਮੈਡਮ ਸੌਂਦੀ ਤੇ ਬਲਦੇਵ ਵੀ ਆ ਗਏ। ਕੀ ਗੱਲ ਸਿਮਰਨ, ਤਬੀਅਤ ਤਾਂ ਠੀਕ ਹੈ? ਮੈਡਮ ਨੇ ਸਿਮਰਨ ਦੇ ਬੇਚੈਨ ਜਿਹੇ ਚਿਹਰੇ ਵੱਲ ਤੱਕ ਕੇ ਪੁੱਛਿਆ। ਆਪਣੇ ਆਪ ਨੂੰ ਦੇਵਤਿਆਂ ਦੀ ਔਲਾਦ ਮੰਨਣ ਵਾਲੇ ਅਸੀਂ ਵਰਮਸ ਵਿੱਚ ਦਾਖਲ ਹੋ ਗਏ ਹਾਂ, ਬਿਨਾਂ ਸਿਰ ਪੈਰ ਤੋਂ ਵਰਮਸ। ਸਿਮਰਨ ਤਪ ਕੇ ਬੋਲੀ। ਇਉਂ ਆਖ ਕਿ ਵਰਮਸ ਦੀ ਕਿਉਂ ਬੇਇੱਜ਼ਤੀ ਕਰ ਰਹੀ ਹੈ? ਕੋਈ ਵੀ ਵਰਮ ਬਿਨਾਂ ਸਿਰ ਪੈਰ ਨਹੀਂ ਹੁੰਦਾ। ਬਲਦੇਵ ਨੇ ਮਾਹੌਲ ਦੀ ਸੰਜੀਦਗੀ ਤੋਂ ਜਿਵੇਂ ਘਬਰਾ ਕੇ ਹੱਸ ਕੇ ਆਖਿਆ। ਬਾਹਰ ਦਰਖਤ ਹੇਠਾਂ ਨਾ ਚੱਲੀਏ? ਸਿਮਰਨ ਨੇ ਇੱਕ ਬੇਚੈਨੀ ਜਿਹੀ ਮਹਿਸੂਸ ਕਰਦਿਆਂ ਪੁੱਛਿਆ। ਯੂਨੀਵਰਸਿਟੀ ਦੇ ਰੁੱਖਾਂ ਉੱਪਰ ਤਾਂ ਹਮੇਸ਼ਾ ਕੀੜੇ ਚੜੇ ਰਹਿੰਦੇ ਨੇ, ਇਸੇ ਲਈ ਤਾਂ ਇਹਨਾਂ ਰੁੱਖਾਂ ਉੱਪਰ ਕੋਈ ਪੰਛੀ ਆਲ੍ਹਣਾ ਨਹੀਂ ਪਾ ਸਕਦਾ, ਮੈਡਮ ਸੌਂਦੀ ਨੇ ਸਿਮਰਨ ਨੂੰ ਯਾਦ ਕਰਵਾਇਆ। ਉਹ ਸਾਰੇ ਪੰਛੀ ਕਿੱਥੇ ਆਲ੍ਹਣਾ ਪਾਉਂਦੇ ਹੋਣਗੇ, ਕਿੱਥੇ ਰਾਤਾਂ ਕੱਟਦੇ ਹੋਣਗੇ? ਸਿਮਰਨ ਨੂੰ ਖਿਆਲ ਆਇਆ। ਕੋਈ ਵਾਈਸ ਚਾਂਸਲਰ ਨੂੰ ਜਾ ਕੇ ਆਖਦਾ ਕਿਉਂ ਨਹੀਂ ਕਿ ਇੱਥੇ ਉਹ ਰੁੱਖ ਲਗਵਾਏ ਜਾਣ ਜਿਨ੍ਹਾਂ ਉੱਪਰ ਪੰਛੀ ਆਲ੍ਹਣੇ ਪਾ ਸਕਣ। ਸਿਮਰਨ ਨੇ ਪਤਾ ਨਹੀਂ ਇਹ ਗੱਲ ਕਿਹਨੂੰ ਆਖੀ।
ਇੱਥੇ ਕਿਸੇ ਵੀ ਵੀਸੀ ਨੂੰ ਯੂਨੀਵਰਸਿਟੀ ਦੇ ਰੁੱਖਾਂ ਤੇ ਪੰਛੀਆਂ ਬਾਰੇ ਸੋਚਣ ਦੀ ਵੇਲ ਹੀ ਕਿੱਥੇ ਹੈ। ਹਰ ਵੀਸੀ ਕੁਝ ਵੱਡੇ ਲੋਕਾਂ ਦੀਆਂ ਸਿਫਾਰਸ਼ਾਂ ਭੁਗਤਾਉਂਦਾ ਹੈ ਤੇ ਬਾਕੀ ਉੱਪਰ ਫालतू ਮੋਰਲ ਭਾਸ਼ਣ ਝਾੜਦਾ ਰਹਿੰਦਾ ਹੈ। ਮੈਡਮ ਸੌਂਦੀ ਬੋਲੀ। ਫਿਰ ਕੀ ਕੀਤਾ ਜਾਏ? ਸਿਮਰਨ ਨੇ ਜਿਵੇਂ ਅਜੇ ਵੀ ਪੰਛੀਆਂ ਬਾਰੇ ਸੋਚਦਿਆਂ ਪੁੱਛਿਆ। ਕੁਝ ਨਹੀਂ ਕੀਤਾ ਜਾ ਸਕਦਾ, ਮੈਡਮ ਬੋਲੀ। ਰੱਬ ਨੂੰ ਆਖੀਏ ਦੁਨੀਆ ਢਾਹ ਕੇ ਬਣਾ ਦੇਵੇ। ਬਲਦੇਵ ਨੇ ਹੱਸ ਕੇ ਪੁੱਛਿਆ ਤੇ ਫਿਰ ਆਪ ਹੀ ਪਤਾ ਨਹੀਂ ਕੀ ਸੋਚ ਕੇ ਬੋਲਿਆ, ਕਿੰਨਾ ਚੰਗਾ ਹੁੰਦਾ ਜੇ ਆਪਾਂ ਚਾਰੇ ਜਣੇ ਇੱਕ ਫੈਮਿਲੀ ਹੁੰਦੇ। ਹੁਣ ਆਪਾਂ ਇੱਕ ਫੈਮਿਲੀ ਨਹੀਂ, ਮੈਡਮ ਸੌਂਦੀ ਨੇ ਪੁੱਛਿਆ। ਮੇਰਾ ਮਤਲਬ ਹੈ ਆਪਾਂ ਸੱਚੀ ਮੁੱਚੀ ਰਿਸ਼ਤੇਦਾਰ ਹੁੰਦੇ, ਬਲਦੇਵ ਬੋਲਿਆ। ਬਲਦੇਵ ਦਾ ਮਤਲਬ ਹੈ ਫਿਰ ਕੋਈ ਇਸ ਰਿਸ਼ਤੇ ਤੋਂ ਮੁੱਕਰ ਨਾ ਸਕਦਾ, ਮੈਡਮ ਨੇ ਦੱਸਿਆ। ਮੁੱਕਰਨ ਵਾਲਿਆਂ ਨੂੰ ਰੋਕਣਾ ਆਪਣੇ ਆਪ ਦੀ ਹੱਦ ਤੱਕ ਹੈ, ਕੌਫੀ ਦਾ ਕੱਪ ਫੜਦਿਆਂ ਧਰਮ ਬੋਲਿਆ। ਮੈਨੂੰ ਲੱਗਦਾ ਮੈਡਮ ਜੀ ਮੇਰੇ ਬਗੈਰ ਤੁਸੀਂ ਸਾਰੇ ਹੀ ਬਹੁਤ ਸਮਝਦਾਰ ਹੋ, ਇਸੇ ਲਈ ਤੁਹਾਡੇ ਵਿੱਚੋਂ ਕੋਈ ਵੀ ਕਿਸੇ ਗੱਲ ਲਈ ਦੁਖੀ ਨਹੀਂ ਹੁੰਦਾ, ਬਲਦੇਵ ਨੇ ਆਖਿਆ। ਤੂੰ ਤੇ ਬਲਦੇਵ ਹਾਸ਼ਮ ਦੇ ਆਖਣ ਨੂੰ ਉਲਟਾ ਦਿੱਤਾ ਹੈ। ਉਹ ਆਖਦਾ ਮੂਰਖ ਲੋਕ ਸਦਾ ਸੁੱਖ ਚਾਹੁੰਦੇ ਤੇ ਤੂੰ ਆਖਦਾ ਤੁਸੀਂ ਸਾਰੇ ਸਮਝਦਾਰ ਹੋ, ਇਸ ਲਈ ਦੁਖੀ ਨਹੀਂ ਹੁੰਦੇ। ਮੇਰਾ ਮਤਲਬ ਹੈ ਮੈਂ ਤੁਹਾਡੇ ਵਾਂਗ ਕਿਸੇ ਵੀ ਗੱਲ ਨੂੰ ਇੰਨੀ ਚੰਗੀ ਤਰ੍ਹਾਂ ਨਹੀਂ ਸੋਚ ਸਕਦਾ। ਮੈਨੂੰ ਤਾਂ ਇੰਨਾ ਹੀ ਪਤਾ ਹੈ, ਆਈ ਲਾਈਕ ਮੈਡਮ, ਆਈ ਲਾਈਕ ਸਿਮਰਨ ਐਂਡ ਆਈ ਲਾਈਕ ਧਰਮ ਭਾਜੀ ਐਂਡ ਇਨ ਸਪਾਈਟ ਆਫ ਯੂ ਵੀ ਲਾਈਕ ਯੂ। ਸਿਮਰਨ ਨੇ ਹੱਸ ਕੇ ਜਦੋਂ ਆਖਿਆ, ਸਾਰੇ ਹੱਸ ਪਏ। ਦੇਖੋ ਫਿਰ ਸਿਮਰਨ ਨੇ ਕਈ ਤੈਆਂ ਵਾਲੀ ਗੱਲ ਕਰ ਦਿੱਤੀ ਹੈ ਤੇ ਮੈਨੂੰ ਵਿਚਾਰੇ ਨੂੰ ਤੇ ਫਿਰ ਸਮਝ ਨਹੀਂ ਲੱਗ ਰਹੀ, ਬਲਦੇਵ ਬੋਲਿਆ। ਤੇਰੀ ਰਿਸਰਚ ਦਾ ਕੀ ਹਾਲ ਹੈ? ਮੈਡਮ ਨੇ ਇਸ ਵਾਰ ਸੰਜੀਦਗੀ ਨਾਲ ਬਲਦੇਵ ਨੂੰ ਪੁੱਛਿਆ। ਮੈਨੂੰ ਲੱਗਦਾ ਹੈ ਮੈਨੂੰ ਇਹ ਟੌਪਿਕ ਮਾਈ ਐਕਸਪੈਰੀਮੈਂਟਸ ਵਿਦ ਟਰੁੱਥ ਨਹੀਂ ਸੀ ਲੈਣਾ ਚਾਹੀਦਾ। ਕਿਉਂ? ਸਿਮਰਨ ਨੇ ਪੁੱਛਿਆ। ਅੱਖਾਂ ਉੱਪਰ ਪੱਟੀ ਬੰਨੀ ਹੋਵੇ ਤਾਂ ਤੁਸੀਂ ਜਿੱਧਰ ਨੂੰ ਮਰਜ਼ੀ ਤੁਰੀ ਜਾਓ, ਪੱਟੀ ਜਦੋਂ ਖੋਲ੍ਹ ਦਿੱਤੀ ਜਾਏ ਫਿਰ ਜਿੱਧਰ ਨੂੰ ਵੀ ਤੁਰੋਗੇ, ਜ਼ਿੰਮੇਵਾਰੀ ਤੁਹਾਡੀ ਆਪਣੀ ਹੋਏਗੀ, ਬਲਦੇਵ ਨੇ ਦੱਸਿਆ। ਜਾਗਦੇ ਹੋਣਾ ਤੁਹਾਨੂੰ ਪਸੰਦ ਨਹੀਂ? ਧਰਮ ਨੇ ਪੁੱਛਿਆ। ਇਹ ਗੱਲ ਨਹੀਂ, ਮੈਂ ਜਿੰਨਾ ਚਿਰ ਚੰਡੀਗੜ੍ਹ ਸੀ ਲੱਗਦਾ ਸੀ ਕੁਝ ਵੀ ਹਾਸਲ ਕਰ ਲੈਣਾ ਅਸੰਭਵ ਨਹੀਂ ਤੇ ਬੜਾ ਨਾਜ਼ ਹੁੰਦਾ ਸੀ ਛੋਟੀਆਂ ਮੋਟੀਆਂ ਪ੍ਰਾਪਤੀਆਂ ਉੱਤੇ। ਕਿਸੇ ਨਾਡੂ ਖਾਂ ਦੇ 2 ਥੱਪੜ ਲਾ ਦੇਣੇ, ਮੋਟਰਸਾਈਕਲ ਸਭ ਤੋਂ ਅੱਗੇ ਭਜਾ ਲੈਣਾ, ਕੈਂਟੀਨ 'ਚ ਸਾਰਿਆਂ ਦਾ ਬਿੱਲ ਆਪ ਦੇ ਦੇਣਾ, ਕਿਸੇ ਦੀ ਗਰਲਫ੍ਰੈਂਡ ਉਡਾ ਲੈਣੀ, ਡੈਡੀ ਤੋਂ 1000-2000 ਰੁਪਏ ਕਿਸੇ ਬਹਾਨੇ ਕਢਾ ਲੈਣੇ, ਮੰਮੀ ਦੀ ਡੈਡੀ ਨਾਲ ਲੜਾਈ ਕਰਵਾ ਦੇਣੀ। ਬੜੀਆਂ ਕਮਾਲ ਦੀਆਂ ਪ੍ਰਾਪਤੀਆਂ ਲੱਗਦੀਆਂ ਹੁੰਦੀਆਂ ਸਨ, ਪਰ ਹੁਣ ਲੱਗਦਾ ਕਿੰਨੀਆਂ ਬਚਕਾਨਾ ਗੱਲਾਂ ਸਨ। ਇਹਦਾ ਮਤਲਬ ਹੈ ਬਲਦੇਵ ਬੁੱਢਾ ਹੋ ਗਿਆ, ਸਿਮਰਨ ਨੇ ਹੱਸ ਕੇ ਆਖਿਆ। ਕਦੇ ਕਦੇ ਤਾਂ ਲੱਗਦਾ ਬੁੱਢਾ ਹੋ ਕੇ ਮਰ ਵੀ ਗਿਆ ਤੇ ਮਰ ਕੇ ਫਿਰ ਜੰਮਿਆ। ਹੁਣ ਕੋਈ ਹੋਰ ਬਲਦੇਵ ਆ। ਤੈਨੂੰ ਫਿਲਾਸਫੀ ਪੜ੍ਹਨ ਦੀ ਕਿਸ ਮੂਰਖ ਨੇ ਸਲਾਹ ਦਿੱਤੀ ਸੀ? ਧਰਮ ਨੇ ਹੱਸ ਕੇ ਪੁੱਛਿਆ। ਤੇਰਾ ਮਤਲਬ ਹੈ ਊਟ ਪਟਾਂਗ ਸੋਚਣਾ ਫਿਲਾਸਫੀ ਲਾ ਦਿੰਦੀ ਹੈ? ਮੈਡਮ ਸੌਂਦੀ ਬੋਲੀ। ਆਪਾਂ ਨੂੰ ਵੀ ਪਤਾ ਸੀ ਵੀ ਫਿਲਾਸਫੀ ਕੀ ਹੁੰਦੀ ਹੈ। ਇੱਕ ਮੈਡਮ ਹੁੰਦੀ ਸੀ ਫਿਲਾਸਫੀ ਦੀ, ਬਸ ਉਹਨੂੰ ਦੇਖ ਕੇ ਆਪਾਂ ਫਿਲਾਸਫੀ ਦਾ ਸਬਜੈਕਟ ਲੈ ਲਿਆ। ਫਿਲਾਸਫੀ ਦਾ ਕਮਾਲ ਇਹ ਹੈ ਕਿ ਇਹ ਸਿਆਣਿਆਂ ਨੂੰ ਵੱਧ ਸਿਆਣੇ, ਕਮਲਿਆਂ ਨੂੰ ਵੱਧ ਕਮਲੇ ਕਰ ਦਿੰਦੀ ਹੈ, ਧਰਮ ਨੇ ਫਿਰ ਮਜ਼ਾਕ ਨਾਲ ਕਿਹਾ। ਧਰਮ ਭਾਜੀ, ਇੱਥੇ ਫਿਲਾਸਫੀ ਵਾਲਿਆਂ ਦੀਆਂ ਵੋਟਾਂ ਵੱਧ ਨੇ, ਅਸੀਂ ਤੁਹਾਡੇ ਵਿਰੁੱਧ ਜੱਜਮੈਂਟ ਪਾਸ ਕਰ ਦੇਣੀ ਹੈ, ਬਲਦੇਵ ਨੇ ਹੱਸ ਕੇ ਆਖਿਆ। ਸਾਹਮਣੇ ਡਾਕਟਰ ਗਿੱਲ ਲੰਘਿਆ ਜਾ ਰਿਹਾ ਸੀ। ਡਾਕਟਰ ਗਿੱਲ ਨੂੰ ਆਖਦੇ ਨੇ ਇਸੇ ਲਈ ਪੁਲਿਸ ਫੜ ਕੇ ਲੈ ਗਈ ਸੀ ਕਿਉਂਕਿ ਉਸ ਦੇ ਘਰੋਂ ਅਨੰਦਪੁਰ ਸਾਹਿਬ ਦੇ ਮਤੇ ਦੀ ਕਾਪੀ ਨਿਕਲ ਆਈ ਸੀ ਤੇ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਹੀ ਲਿਖਿਆ ਹੋਇਆ ਹੈ ਕਿ ਸਿੱਖਾਂ ਨੂੰ ਆਪਣੇ ਵਰਗੀ ਸਟੇਟ ਚਾਹੀਦੀ ਹੈ, ਬਲਦੇਵ ਨੇ ਦੱਸਿਆ। ਤੂੰ ਪੜ੍ਹਿਆ ਅਨੰਦਪੁਰ ਸਾਹਿਬ ਦਾ ਮਤਾ? ਮੈਡਮ ਨੇ ਪੁੱਛਿਆ। ਨਹੀਂ, ਬਸ ਸੁਣਿਆ ਹੈ। ਜੀ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਤੈਨੂੰ MA ਪਾਸ ਨੂੰ ਤੇ ਇੱਕ ਸਿੱਖ ਨੂੰ ਬਸ ਇੰਨਾ ਕੁ ਹੀ ਪਤਾ ਹੈ, ਤਾਂ ਬਾਕੀ ਦੇਸ਼ ਦੇ ਲੋਕਾਂ ਨੂੰ ਕਿੰਨਾ ਕੁ ਪਤਾ ਹੋਏਗਾ ਇਹ ਤੂੰ ਆਪ ਅੰਦਾਜ਼ਾ ਲਗਾ ਸਕਦਾ ਹੈ। ਇਸੇ ਕਰਕੇ ਤਾਂ ਲੋਕਾਂ ਨੂੰ ਮੂਰਖ ਬਣਾਇਆ ਜਾ ਸਕਦਾ ਹੈ। ਅਨੰਦਪੁਰ ਸਾਹਿਬ ਦੇ ਮਤੇ 'ਚ ਕਿਧਰੇ ਨਹੀਂ ਲਿਖਿਆ ਹੋਇਆ ਕਿ ਸਿੱਖ ਵੱਖਰੀ ਸਟੇਟ ਮੰਗਦੇ ਨੇ। ਲਿਖਿਆ ਹੋਇਆ ਕਿ ਇਹਨਾਂ ਨੂੰ ਵੱਖਰਾ ਸਟੇਟਸ ਮਿਲਣਾ ਚਾਹੀਦਾ ਹੈ, ਜਿਸ ਸਟੇਟਸ ਦਾ ਇਹਨਾਂ ਨਾਲ ਵਾਅਦਾ ਕੀਤਾ ਗਿਆ ਸੀ, ਮੈਡਮ ਨੇ ਬਲਦੇਵ ਨੂੰ ਦੱਸਿਆ। ਦੇਖੋ ਮੈਡਮ ਜੀ, ਹੋਰ ਤਾਂ ਆਪਾਂ ਨੂੰ ਪਤਾ ਨਹੀਂ, ਨਾ ਮੈਂ ਕਦੇ ਪਾਠ ਕੀਤਾ ਹੈ, ਨਾ ਮੈਂ ਗੁਰਦੁਆਰੇ ਜਾਂਦਾ, ਨਾ ਮੈਨੂੰ ਸਿੱਖਾਂ ਦੀਆਂ ਡਿਮਾਂਡਸ ਦਾ ਬਹੁਤਾ ਪਤਾ ਹੈ, ਨਾ ਮੈਂ ਕਦੇ ਕਿਸੇ ਐਜੀਟੇਸ਼ਨ 'ਚ ਭਾਗ ਲਿਆ, ਪਰ ਸ਼ਾਇਦ ਮੇਰੇ ਖੂਨ ਵਿੱਚ ਹੀ ਕੁਝ ਹੈ ਕਿ ਮੈਨੂੰ ਅਕਾਲ ਤਖਤ ਦਾ ਢਾਇਆ ਜਾਣਾ ਜਿਵੇਂ ਆਪਣੀ ਹੱਦ ਤੱਕ ਲੱਗਦੀ ਹੈ ਤੇ ਪਤਾ ਨਹੀਂ ਕਿਉਂ ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਮੈਂ ਸਿੱਖ ਹਾਂ ਐਂਡ ਆਈ ਐਮ ਪ੍ਰਾਊਡ ਟੂ ਬੀ ਅ ਸਿੱਖ, ਬਲਦੇਵ ਨੇ ਜਿਵੇਂ ਭਾਵੁਕ ਹੋ ਕੇ ਆਖਿਆ। ਇਹ ਸਰਕਾਰ ਦੀ ਬੇਵਕੂਫੀ ਹੈ ਕਿ ਉਹਨੇ ਪੰਜਾਬ ਦੇ ਮਸਲੇ ਨੂੰ ਸਿੱਖਾਂ ਦਾ ਮਸਲਾ ਸਮਝ ਕੇ ਲਮਕਾਈ ਰੱਖਿਆ, ਮੈਡਮ ਸੌਂਦੀ ਬੋਲੀ। ਅੱਛਾ ਮੈਂ ਚੱਲਦਾ, ਆਖ ਧਰਮ ਉੱਠ ਖੜਾ ਹੋਇਆ। ਉਹ ਸਾਰੇ ਜਣੇ ਉੱਥੋਂ ਜਾਣ ਹੀ ਵਾਲੇ ਸਨ ਕਿ ਡਿਪਾਰਟਮੈਂਟ ਦਾ ਚਪੜਾਸੀ ਰਾਮਦੇਵ ਉੱਥੇ ਪਹੁੰਚ ਗਿਆ।
आपकी रजिस्ट्री है, ਉਹਨੇ ਸਿਮਰਨ ਨੂੰ ਚਿੱਠੀ ਫੜਾਉਂਦੇ ਆਖਿਆ। ਸਿਮਰਨ ਲਿਫਾਫੇ ਵੱਲ ਧਿਆਨ ਨਾਲ ਝਾਕੀ। ਡਾਕਟਰ ਅਮਰ ਦੀ ਚਿੱਠੀ ਲੱਗਦੀ ਹੈ, ਮੈਡਮ ਸੌਂਦੀ ਨੇ ਦੂਰੋਂ ਹੀ ਅੰਦਾਜ਼ਾ ਲਾ ਕੇ ਦੱਸਿਆ। ਸਿਮਰਨ ਨੇ ਹਾਂ 'ਚ ਸਿਰ ਹਿਲਾਇਆ। ਸਿਮਰਨ ਇਹ ਖਾਤੇ ਇਕੱਲੀ ਬੈਠ ਕੇ ਪੜ੍ਹਨਾ ਚਾਹੁੰਦੀ ਸੀ। ਦੇਖ ਤਾਂ ਲੈ ਖੋਲ ਕੇ, ਸਭ ਠੀਕ ਠਾਕ ਤਾਂ ਹੈ, ਮੈਡਮ ਸੌਂਦੀ ਨੇ ਤਾਵਲੇ ਮੂੰਹ ਨਾਲ ਆਖਿਆ। ਸਿਮਰਨ ਨੇ ਖੱਤ ਖੋਲ੍ਹਿਆ। ਲਿਖਿਆ ਸੀ, ਬੇਟਾ ਮੈਂ ਤੈਨੂੰ ਪਹਿਲਾਂ ਵੀ ਲਿਖਿਆ ਸੀ, ਪਤਾ ਨਹੀਂ ਮੇਰੀ ਚਿੱਠੀ ਮਿਲੀ ਕਿ ਨਹੀਂ, ਕਿ ਪੰਜਾਬ ਦੇ ਹਾਲਾਤ ਠੀਕ ਨਹੀਂ ਲੱਗਦੇ, ਕੀ ਤੂੰ ਇੱਥੇ ਸਾਡੇ ਕੋਲ ਆਉਣਾ ਚਾਹੇਂਗੀ? ਉਮਾ ਨੇ ਵੀ ਇਹੀ ਆਖਿਆ, ਨਹੀਂ ਤਾਂ ਤੂੰ ਬੇਜੀ ਆਪਣੇ ਮਾਮੇ ਜੀ ਕੋਲ ਦਿੱਲੀ ਚਲੇ ਜਾਓ। ਖੱਤ ਦਾ ਜਵਾਬ ਛੇਤੀ ਪਾ ਦੇਈ ਪਾਪਾ। ਚਿੱਠੀ ਪੜ੍ਹ ਕੇ ਸਿਮਰਨ ਨੇ ਉਤਾਵਲੇ ਮੂੰਹ ਨਾਲ ਤੱਕਰੀ ਮੈਡਮ ਸੌਂਦੀ ਨੂੰ ਫੜਾ ਦਿੱਤੀ। ਪਿਓ ਨੂੰ ਧੀ ਦਾ ਫਿਕਰ ਤਾਂ ਹੋਣਾ ਹੀ ਸੀ। ਮੈਡਮ ਸੌਂਦੀ ਨੇ ਜਿਵੇਂ ਆਪਣੇ ਆਪ ਨੂੰ ਦੱਸਿਆ। ਦਿੱਲੀ ਜਾਣਾ ਫਿਰ? ਮੈਡਮ ਸੌਂਦੀ ਨੇ ਸਿਮਰਨ ਨੂੰ ਪੁੱਛਿਆ। ਅਗਲੇ ਐਤਵਾਰ ਮਾਮਾ ਜੀ ਆਉਣਗੇ ਲੈਣ, ਸਿਮਰਨ ਨੇ ਦੱਸਿਆ। ਉੱਥੇ ਕਿਧਰੇ ਤੇਰਾ ਵਿਆਹ ਤਾਂ ਨਹੀਂ ਪੱਕਾ ਕਰ ਦੇਣਗੇ? ਸਾਨੂੰ ਆਪਣੇ ਵਿਆਹ ਤੋਂ ਬੁਲਾਏਂਗੀ ਤਾਂ ਸਹੀ, ਬਲਦੇਵ ਨੇ ਜਿਵੇਂ ਉਦਾਸ ਜਿਹਾ ਮਜ਼ਾਕ ਕੀਤਾ। ਲਓ ਜੀ, ਬਲਦੇਵ ਨੂੰ ਵਿਆਹ ਤੋਂ ਬਿਨਾਂ ਹੋਰ ਕੋਈ ਗੱਲ ਹੀ ਨਹੀਂ ਸੁੱਝਦੀ। ਇਸ ਮਰਨ ਰੁੱਤ ਵਿੱਚ ਬਹੁਤ ਅਜੀਬ ਲੱਗਦੀ ਹੈ ਵਿਆਹ ਦੀ ਗੱਲ, ਸਿਮਰਨ ਨੇ ਆਖਿਆ। ਇਉਂ ਕਰਦੇ ਹਾਂ ਮੈਡਮ ਜੀ, ਸਭ ਤੋਂ ਪਹਿਲਾਂ ਆਪਾਂ ਧਰਮ ਭਾਜੀ ਦਾ ਵਿਆਹ ਕਰ ਦਿੰਦੇ ਹਾਂ। ਇਹ ਸਭ ਤੋਂ ਵੱਡੇ ਵੀ ਨੇ ਅਤੇ ਪੜ੍ਹ ਲਿਖ ਕੇ ਨੌਕਰੀ 'ਤੇ ਵੀ ਲੱਗੇ ਹੋਏ ਨੇ, ਬਲਦੇਵ ਬੋਲਿਆ। ਧਰਮ ਹੋਰਾਂ ਨੂੰ ਤਾਂ ਮੈਡਮ ਨੇ ਕੁਆਰੇ ਹੀ ਰੱਖ ਲੈਣਾ ਹੈ, ਕਿਉਂਕਿ ਇਹਨਾਂ ਦੇ ਲੈਵਲ ਦੀ ਮੈਡਮ ਨੂੰ ਕੋਈ ਕੁੜੀ ਨਹੀਂ ਲੱਭਣੀ, ਸਿਮਰਨ ਨੇ ਆਖਿਆ ਤੇ ਸਾਰੇ ਹੱਸ ਪਏ। ਅੰਗ 11। ਅਗਲੇ ਦਿਨ ਯੂਨੀਵਰਸਿਟੀ 'ਚ ਸਟ੍ਰਾਈਕ ਸੀ। ਫਿਰ ਵੀ ਬਹੁਤ ਸਾਰੇ ਮੁੰਡੇ ਕੁੜੀਆਂ ਆਏ ਹੋਏ ਸਨ। ਪੀਰੀਅਡ ਨਾ ਲੱਗਣ ਕਰਕੇ ਕਾਫੀ ਖੁਸ਼ ਵੀ ਸਨ। ਅਜੀਬ ਸਿਲਸਿਲਾ ਜ਼ਿੰਦਗੀ ਤੇ ਮੌਤ ਦਾ ਵੀ ਸਿਮਰਨ ਆਪਣੀ ਕੈਬਿਨ 'ਚ ਬੈਠੀ ਪੜ੍ਹ ਨਹੀਂ ਸੀ ਰਹੀ, ਸਗੋਂ ਖਿੜਕੀ ਵਿੱਚੋਂ ਬਾਹਰ ਝਾਕਦੀ ਸੋਚ ਰਹੀ ਸੀ। ਅਜੀਬ ਸਿਲਸਿਲਾ ਜ਼ਿੰਦਗੀ ਤੇ ਮੌਤ ਦਾ। ਕੱਲੇ ਆਏ ਨਾਨਕਾ ਸੱਦੇ ਉੱਠੀ ਜਾਏ। ਕਿੰਨੀ ਸਰਲ ਬਣ ਗਈ ਹੈ ਮੌਤ ਦੀ ਗੱਲ ਕਿ ਰੱਬ ਨੇ ਕੱਲੇ ਦੁਨੀਆ 'ਤੇ ਆ ਗਏ, ਜਦੋਂ ਸੱਦਣਾ ਚਲੇ ਜਾਂਦੇ ਹਾਂ। ਬਾਣੀ ਦੀ ਵਿਆਖਿਆ ਵੀ ਅਸੀਂ ਆਪਣੇ ਜਿੱਡੀ ਕਰਨ ਲੱਗ ਪਏ ਹਾਂ। ਬਾਣੀ ਤਾਂ ਆਖਦੀ ਹੈ ਕਿ ਸਿਰਫ ਜਨਮ ਤੇ ਮੌਤ ਉੱਪਰ ਤੁਹਾਡਾ ਅਧਿਕਾਰ ਨਹੀਂ, ਵਸ ਨਹੀਂ, ਮਤਲਬ ਬਾਕੀ ਸਾਰੀ ਜ਼ਿੰਦਗੀ ਤਾਂ ਤੁਸੀਂ ਜੋ ਮਰਜ਼ੀ ਕਰੋ। ਪਰ ਕੀ ਕਰਦੇ ਹਾਂ ਅਸੀਂ ਜ਼ਿੰਦਗੀ ਦਾ? ਸਾਡੇ ਲਈ ਨਿੱਤ ਸੂਰਜ ਚੜ੍ਹਦਾ ਹੈ, ਹਵਾਵਾਂ ਵਗਦੀਆਂ, ਧਰਤੀਆਂ ਸਿਰਜੀਆਂ ਜਾਂਦੀਆਂ, ਮਤਲਬ ਸਾਰੀ ਕੁਦਰਤ ਸਾਡੀ ਹੋਂਦ ਕਾਇਮ ਕਰਨ ਲਈ ਆਰੇ ਲੱਗੀ ਹੋਈ ਹੈ, ਅਤੇ ਬਦਲੇ 'ਚ ਅਸੀਂ ਕੀ ਦਿੰਦੇ ਹਾਂ, ਕੀ ਕਰਦੇ ਹਾਂ? ਕਿੱਥੇ ਗਿਆ ਸਾਡਾ ਉਹ ਗਿਆਨ ਧਿਆਨ ਜਿਸ ਨਾਲ ਬਾਹਰੀ ਜਗਤ ਦੇ ਆਂਤਰਿਕ ਸੱਚ ਤੱਕ ਪਹੁੰਚੀਦਾ ਸੀ, ਜਿਸ ਸਦਕਾ ਸਵੈ ਦੇ ਸੀਮਤ ਘੇਰੇ ਤੋਂ ਪਾਰ ਲੰਘ ਸਕਣ ਵਾਲੀ ਮਨੋਦਸ਼ਾ ਨੂੰ ਪ੍ਰਾਪਤ ਹੋਈਦਾ ਸੀ? ਕਿੱਥੇ ਗਈ ਸਾਡੀ ਉਹ ਪ੍ਰਾਰਥਨਾ ਕਿ ਮੈਨੂੰ ਹਨੇਰੇ ਤੋਂ ਚਾਨਣ ਵੱਲ ਲੈ ਚੱਲੀ? ਕਦੇ ਮੇਰੀ ਮੰਮੀ ਵੀ ਇਸੇ ਲਾਇਬ੍ਰੇਰੀ ਦੇ ਕਿਸੇ ਕੈਬਿਨ 'ਚ ਬੈਠ ਕੇ ਪੜ੍ਹਦੀ ਹੋਏਗੀ। ਪਰ ਇਹ ਜ਼ਿਆਦਤੀ ਹੈ ਮੰਮੀ ਤੇਰੀ। ਤੂੰ ਆਪਣੇ ਆਪ ਨੂੰ ਵੀ ਤਬਾਹ ਕੀਤਾ ਅਤੇ ਪਾਪਾ ਨੂੰ ਵੀ ਤਬਾਹ ਕੀਤਾ। ਇਸ ਨਾਲੋਂ ਚੰਗਾ ਨਹੀਂ ਸੀ ਤਲਾਕ ਲੈ ਲੈਂਦੀ? ਕਿਉਂ, ਬਹੁਤ ਵੱਡੀ ਗੱਲ ਸੀ, ਮਰਨ ਨਾਲੋਂ ਵੀ? ਤੈਨੂੰ ਇਹ ਆਪਣੀ ਹੱਤਕ ਲੱਗਣੀ ਸੀ, ਆਪਣੀ ਰਿਜੈਕਸ਼ਨ। ਇਸ ਤਰ੍ਹਾਂ ਕਿਉਂ ਸੋਚਦੀ ਹੈ? ਤੂੰ ਆਪ ਆਖ ਦੇਣਾ ਸੀ ਮੈਨੂੰ ਨਹੀਂ ਇਸ ਬੰਦੇ ਦੀ ਲੋੜ। ਤੂੰ ਇੰਨਾ ਡਰ ਕਿਉਂ ਗਈ ਸੀ? ਇਹੀ ਕਿ ਲੋਕ ਕੀ ਆਖਣਗੇ? ਇਹੀ ਨਾ ਕਿ ਬੇਜੀ ਤੇ ਮਾਮਾ ਜੀ ਕੀ ਸੋਚਣਗੇ? ਇਹੀ ਨਾ ਕਿ ਤੂੰ ਕਿਵੇਂ ਜਰੇਂਗੀ ਕਿ ਪਾਪਾ ਨੇ ਕਿਸੇ ਹੋਰ ਔਰਤ ਨਾਲ ਵਿਆਹ ਕਰ ਲਿਆ ਹੋਵੇ? ਇਹੀ ਨਾ ਕਿ ਪਾਪਾ ਤੋਂ ਬਿਨਾਂ ਤੂੰ ਕਿਵੇਂ ਜੀ ਸਕੇਂਗੀ? ਤੂੰ ਇੰਨੀ ਕਾਇਰ ਕਿਉਂ ਸੀ? ਤੂੰ ਤਾਂ ਇੱਕ ਆਰਟਿਸਟ ਸੀ। ਆਰਟਿਸਟ ਲੋਕ ਤਾਂ ਸੁਪਨਿਆਂ ਨਾਲ ਹੀ ਸੰਸਾਰ ਸਿਰਜ ਲੈਂਦੇ ਨੇ, ਸੁਪਨਿਆਂ ਦੇ ਸੱਚ ਤੱਕ ਉਹਨਾਂ ਦੀ ਰਸਾਈ ਜੋ ਹੁੰਦੀ ਹੈ। ਤੂੰ ਯੂਨੀਵਰਸਿਟੀ ਪੜ੍ਹਾਉਂਦੀ ਸੀ, ਜਾਣ ਲੱਗੇ ਨੂੰ ਤੇਰੇ ਕਿਸੇ ਵਿਦਿਆਰਥੀ ਨੇ ਤੈਨੂੰ ਹਾਕ ਨਾ ਮਾਰੀ, ਜਾਂ ਤੂੰ ਕਿਸੇ ਦੀ ਹਾਕ ਦੀ ਪਰਵਾਹ ਹੀ ਨਹੀਂ ਸੀ ਕੀਤੀ? ਮੰਮੀ ਤੂੰ ਇਹ ਕਿਵੇਂ ਸੋਚ ਲਿਆ ਕਿ ਜੋ ਤੂੰ ਸੋਚਦੀ ਹੈ ਜ਼ਿੰਦਗੀ ਦਾ ਉਹੀ ਇੱਕੋ ਇੱਕ ਸੱਚ ਹੈ? ਪਾਪਾ ਦਾ ਦਿਲ ਤਾਂ ਤੂੰ ਫਰੋਲ ਕੇ ਨਹੀਂ ਨਾ ਦੇਖਿਆ ਸੀ? ਤੈਨੂੰ ਆਪਣੀ ਨਿੱਕੀ ਜਿਹੀ ਧੀ ਦਾ ਖਿਆਲ ਨਾ ਆਇਆ ਕਿ ਉਹਦੀ ਮਾਂ ਚਾਹੀਦੀ ਹੋਏਗੀ, ਕਿ ਉਹਨੂੰ ਮਾਂ ਚਾਹੀਦੀ ਹੋਏਗੀ? ਬਹੁਤ ਚੰਗੀ ਹੈ ਤੇਰੀ ਮੇਰੀ ਨਾਨੀ, ਪਰ ਤੇਰੇ ਤੁਰ ਜਾਣ ਮਗਰੋਂ ਜਿਹੜਾ ਹੌਕਾ ਉਹਦੇ ਅੰਦਰ ਬੈਠ ਗਿਆ, ਉਹਦਾ ਉਹ ਕੀ ਕਰੇ? ਤੈਨੂੰ ਪਤਾ ਮੰਮੀ, ਤੂੰ ਆਪਣੇ ਭਾਈ ਨੂੰ ਕਿੰਨਾ ਇਕੱਲਾ ਕਰ ਗਈ ਹੈ। ਆਪਣੇ ਜਾਣੇ ਉਹ ਤੈਨੂੰ ਕਦੇ ਯਾਦ ਨਹੀਂ ਕਰਦਾ, ਪਰ ਮੈਨੂੰ ਪਤਾ ਉਹ ਤੈਨੂੰ ਭੁੱਲਿਆ ਨਹੀਂ। ਤੂੰ ਕਿੰਨੀ ਖੁਦਗਰਜ਼ ਸੀ ਮੰਮੀ। ਮੰਨ ਲਿਆ ਤੈਨੂੰ ਕੋਈ ਔਖ ਵੀ ਸੀ, ਉਸ ਔਖ ਦਾ ਕੋਈ ਹੱਲ ਲੱਭਣਾ ਸੀ, ਇਲਾਜ ਢੂੰਡਣਾ ਸੀ, ਨਾ ਕਿ ਮੰਮੀ ਤੇਰੀਆਂ ਬਣਾਈਆਂ ਤਸਵੀਰਾਂ ਵਿੱਚੋਂ ਮੈਂ ਤੈਨੂੰ ਲੱਭਦੀ ਰਹਿੰਦੀ ਹਾਂ। ਕਿ ਸੱਚਮੁੱਚ ਤੇਰੀ ਮੌਤ ਦਾ ਕਾਰਨ ਫਿਜ਼ੀਕਲੀ ਸੀ ਜਾਂ ਫਿਰ ਕੋਈ ਮੈਟਾਫਿਜ਼ੀਕਲ ਕਾਰਨ ਸੀ? ਮੰਮੀ ਤੂੰ ਕੌਣ ਸੀ? ਕਿੱਧਰੋਂ ਆਈ ਸੀ? ਕਿੱਧਰ ਨੂੰ ਚਲੀ ਗਈ? ਮੰਮੀ ਮੈਂ ਕੌਣ ਹਾਂ? ਧਰਮ ਕੌਣ ਹੈ? ਮੈਡਮ ਸੌਂਦੀ ਕੌਣ ਨੇ? ਅਤੇ ਸਿਮਰਨ ਨੂੰ ਇਉਂ ਸੋਚਦਿਆਂ ਪਤਾ ਨਹੀਂ ਕਿੰਨਾ ਚਿਰ ਲੰਘ ਗਿਆ। ਫਿਰ ਜਿਵੇਂ ਉਹਨੂੰ ਤ੍ਰੇਹ ਲੱਗੀ, ਹੇਠਾਂ ਆ ਕੇ ਉਹਨੇ ਪਾਣੀ ਪੀਤਾ। ਫਿਰ ਉਹ ਮੈਡਮ ਸੌਂਦੀ ਦੇ ਕਮਰੇ ਵੱਲ ਚਲੀ ਗਈ।
ਮੈਡਮ ਸੌਂਦੀ ਆਪਣੇ ਕਮਰੇ 'ਚ ਬੈਠੀ ਬੜੀ ਸੰਜੀਦਗੀ ਨਾਲ ਮੈਰਿਟ ਪ੍ਰਮੋਸ਼ਨ ਲਈ ਫਾਰਮ ਭਰ ਰਹੀ ਸੀ। ਬਲਦੇਵ ਉਹਦੇ ਸਰਟੀਫਿਕੇਟਸ ਦੀਆਂ ਫੋਟੋਸਟੇਟ ਕਾਪੀਆਂ ਜੋੜ ਜੋੜ ਕੇ ਰੱਖ ਰਿਹਾ ਸੀ। ਡਾਕਟਰ ਖੇੜਾ ਉੱਧਰੋਂ ਲੰਘਿਆ ਜਾ ਰਿਹਾ ਸੀ। ਜ਼ਰਾ ਕੁ ਮੈਡਮ ਸੌਂਦੀ ਦੇ ਕਮਰੇ ਅੰਦਰ ਝਾਕ ਕੇ ਆਖਣ ਲੱਗਾ, ਮੈਡਮ ਨੂੰ ਤਾਂ ਯੂਨੀਵਰਸਿਟੀ ਨੂੰ ਉਂਝ ਹੀ ਪ੍ਰਮੋਸ਼ਨ ਦੇ ਦੇਣੀ ਚਾਹੀਦੀ ਹੈ। ਸਰ ਆ ਜਾਓ, ਤੁਸੀਂ ਠੀਕ ਆਖਦੇ ਹੋ। ਸਰ ਮੈਡਮ ਨੂੰ ਤਾਂ ਬਿਨਾਂ ਇੰਟਰਵਿਊ ਹੀ ਪ੍ਰੋਫੈਸਰ ਬਣਾ ਦੇਣਾ ਚਾਹੀਦਾ। ਬਲਦੇਵ ਨੇ ਡਾਕਟਰ ਖੇੜੇ ਦੀ ਗੱਲ ਨੂੰ ਸੱਚ ਸਮਝਦਿਆਂ ਆਖਿਆ, ਤੂੰ ਇਲੈਕਸ਼ਨ ਲੜ ਕੇ ਕਿਧਰੇ ਵਜ਼ੀਰ ਬਣ ਜਾ, ਫਿਰ ਬਣਾ ਦੇ ਮੈਡਮ ਨੂੰ ਪ੍ਰੋਫੈਸਰ। ਡਾਕਟਰ ਖੇੜੇ ਨੇ ਜਾਂਦਿਆਂ ਬਲਦੇਵ ਨੂੰ ਜਿਵੇਂ ਮਜ਼ਾਕ ਕੀਤਾ। ਮੈਂ ਵਜ਼ੀਰ ਬਣਿਆ ਤਾਂ ਸਰ ਸਭ ਤੋਂ ਪਹਿਲਾਂ ਤੁਹਾਨੂੰ ਪ੍ਰੋਫੈਸਰ ਬਣਾਵਾਂਗਾ। ਮੈਡਮ ਨੇ ਤਾਂ ਆਪੇ ਵੀ ਬਣ ਜਾਣਾ। ਬਲਦੇਵ ਨੇ ਹੱਸ ਕੇ ਜਵਾਬ ਦਿੱਤਾ ਤੇ ਫਿਰ ਖੇੜੇ ਦੀ ਜਾਣ ਮਗਰੋਂ ਮੈਡਮ ਵੱਲ ਝਾਕ ਕੇ ਆਖਣ ਲੱਗੇ, ਮੈਡਮ ਜੀ, ਮੈਰਿਟ ਪ੍ਰਮੋਸ਼ਨ ਲਈ ਫਾਰਮ ਤਾਂ ਭਰ ਰਹੇ ਹੋ, ਵੀਸੀ ਨੂੰ ਕਿਸੇ ਤੋਂ ਖਵਾਉਣ ਦਾ ਵੀ ਇੰਤਜ਼ਾਮ ਕੀਤਾ? ਮੈਡਮ ਹੱਥ ਲਾ ਕੰਮ ਛੱਡ ਕੇ ਉਹਦੇ ਮੂੰਹ ਵੱਲ ਝਾਕਣ ਲੱਗ ਪਈ। ਮੈਡਮ ਜੀ, ਤੁਹਾਨੂੰ ਨਹੀਂ ਪਤਾ, ਲੋਕ ਤਾਂ ਬਹੁਤ ਬਹੁਤ ਇੰਤਜ਼ਾਮ ਕਰ ਰਹੇ ਨੇ। ਮੈਂ ਡੈਡੀ ਨੂੰ ਪੁੱਛਾਂਗਾ, ਉਹਨਾਂ ਦੀ ਕਾਫੀ ਵਾਕਫੀਅਤ ਹੈ ਪੋਲੀਟੀਕਲ ਸਰਕਲਸ ਵਿੱਚ। ਬਲਦੇਵ ਬੋਲੇ, ਬਲਦੇਵ, ਤੈਨੂੰ ਮੇਰੇ ਲਈ ਇੰਨਾ ਫਿਕਰ ਹੈ, ਇਹ ਤਾਂ ਮੈਨੂੰ ਚੰਗਾ ਲੱਗਦਾ ਹੈ, ਪਰ ਇਹ ਚੰਗਾ ਨਹੀਂ ਲੱਗਦਾ ਕਿ ਤੂੰ ਲੋਕਾਂ ਵਾਂਗ ਹੀ ਸੋਚੇ। ਮੈਡਮ ਨੇ ਆਖਿਆ, ਤੇਰਾ ਕੀ ਖਿਆਲ ਹੈ ਸਿਮਰਨ, ਮੈਡਮ ਦੀ ਪ੍ਰਮੋਸ਼ਨ ਜ਼ਰੂਰ ਹੋ ਜਾਣੀ ਚਾਹੀਦੀ ਹੈ ਨਾ? ਬਲਦੇਵ ਨੇ ਸਿਮਰਨ ਨੂੰ ਪੁੱਛਿਆ। ਮੈਡਮ ਤਾਂ ਮੈਡਮ ਹੀ ਰਹਿਣਗੇ, ਭਾਵੇਂ ਜੋ ਮਰਜ਼ੀ ਹੋਣ। ਗੱਲ ਬੰਦੇ ਦੀ ਹੁੰਦੀ ਹੈ, ਨਾ ਕਿ ਕੁਰਸੀ ਦੀ। ਇਹ ਨਿਰਾ ਆਈਡੀਅਲਿਜ਼ਮ ਹੈ। ਗੱਲ ਸਿਰਫ ਕੁਰਸੀ ਦੀ ਹੁੰਦੀ ਹੈ। ਇਹ ਕੋਈ ਨਹੀਂ ਦੇਖਦਾ ਕਿ ਕੁਰਸੀ ਹਾਸਲ ਕਿਵੇਂ ਕੀਤੀ। ਬਲਦੇਵ ਨੇ ਦਲੀਲ ਦਿੱਤੀ। ਪਰ ਅਜਿਹੀਆਂ ਦੁਨੀਆਦਾਰੀ ਦੀਆਂ ਗੱਲਾਂ ਤੂੰ ਮੈਡਮ ਨੂੰ ਸਮਝਾ ਸਕੇਗਾ? ਸਿਮਰਨ ਨੇ ਹੱਸ ਕੇ ਬਲਦੇਵ ਨੂੰ ਪੁੱਛਿਆ। ਲੋਕ ਅਜਿਹੇ ਲੋਕਾਂ ਨੂੰ ਬੁੱਧੂ ਸਮਝਦੇ ਨੇ ਜਿਹੜੇ ਆਪਣੇ ਇੰਟਰਸਟ ਵੀ ਪ੍ਰੋਟੈਕਟ ਨਹੀਂ ਕਰਦੇ। ਕੀ ਅਸੀਂ ਸਿਰਫ ਲੋਕਾਂ ਨੂੰ ਸਾਬਤ ਕਰਨਾ ਹੁੰਦਾ ਕਿ ਅਸੀਂ ਬੁੱਧੂ ਨਹੀਂ? ਮੈਡਮ ਸੌਂਦੀ ਨੇ ਸੰਜੀਦਗੀ ਨਾਲ ਪੁੱਛਿਆ। ਬਲਦੇਵ ਨੂੰ ਜਿਵੇਂ ਕੋਈ ਗੱਲ ਨਾ ਔੜੀ ਤੇ ਉਹ ਕਿੰਨਾ ਚਿਰ ਮੈਡਮ ਦੇ ਮੂੰਹ ਵੱਲ ਵੇਖਦਾ ਰਿਹਾ। ਸਾਰੇ ਕਾਗਜ਼ ਪੱਤਰ ਸਮੇਟ ਕੇ ਫਾਰਮ ਦਫ਼ਤਰ ਵਿੱਚ ਦੇ ਆਉਣ ਲਈ ਬਲਦੇਵ ਨੂੰ ਦੇਖ ਕੇ ਮੈਡਮ ਜਿਵੇਂ ਵਿਹਲੀ ਹੋ ਕੇ ਸਿਮਰਨ ਵੱਲ ਝਾਕੀ। ਕੀ ਗੱਲ ਹੈ ਸਿਮਰਨ? ਮੈਡਮ ਨੇ ਪੁੱਛਿਆ। ਬਾਹਰ ਕੋਈ ਲੜਕੀ ਕਿਸੇ ਪ੍ਰੋਫੈਸਰ ਨਾਲ ਉੱਚੀ ਉੱਚੀ ਹੱਸ ਰਹੀ ਸੀ। ਲੜਕੀਆਂ ਨੂੰ ਜਿਵੇਂ ਐਟੀਕੇਟ ਹੀ ਭੁੱਲ ਗਏ ਨੇ। ਸਿਮਰਨ ਨੇ ਜਿਵੇਂ ਆਪਣੇ ਆਪ ਨਾਲ ਗੱਲ ਕੀਤੀ। ਪਹਿਲੇ ਪ੍ਰੋਫੈਸਰ ਕੁੜੀਆਂ ਦਾ ਬੁੱਧੂ ਬਣਾ ਜਾਂਦੇ ਸੀ, ਆਪਣੀਆਂ ਘਰ ਵਾਲੀਆਂ ਦੇ ਰੋਣੇ ਰੋ ਕੇ, ਆਪਣੇ ਆਪ ਨੂੰ ਦੁਖੀ ਦੱਸ ਕੇ, ਪਰ ਅੱਜ ਕੱਲ੍ਹ ਕੁੜੀਆਂ ਪ੍ਰੋਫੈਸਰਾਂ ਨੂੰ ਬੁੱਧੂ ਬਣਾ ਰਹੀਆਂ ਨੇ, ਖਾਸ ਕਰਕੇ ਰਿਸਰਚ ਵਾਲੀਆਂ। ਆਪਣਾ ਕੰਮ ਕਰਵਾਉਣ ਲਈ ਉੱਪਰੋਂ ਪ੍ਰੋਫੈਸਰਾਂ ਨਾਲ ਅਫੇਅਰ ਚਲਾ ਲੈਣਗੀਆਂ, ਵਿੱਚੋਂ ਉਹਨਾਂ ਦੀਆਂ ਗੱਲਾਂ ਦੇ ਮਖੌਲ ਉਡਾਉਣਗੀਆਂ। ਮੈਡਮ ਸੌਂਦੀ ਨੇ ਕੁਝ ਪਰੇਸ਼ਾਨ ਜਿਹੀ ਹੋ ਕੇ ਦੱਸਿਆ, ਮੈਨੂੰ ਤਾਂ ਮੈਡਮ ਇਹੀ ਸਮਝ ਨਹੀਂ ਲੱਗਦੀ ਕਿ ਔਰਤਾਂ ਦੀ ਦ੍ਰਿਸ਼ਟੀ ਇੰਨੀ ਸੀਮਤ ਕਿਉਂ ਹੁੰਦੀ ਹੈ। ਮੈਟਾਫਿਜ਼ਿਕਸ ਵਿੱਚ ਉਹਨਾਂ ਦੀ ਕੋਈ ਦਿਲਚਸਪੀ ਨਹੀਂ, ਹਿਸਟਰੀ ਦੀ ਮਾਰਚ ਦਾ ਉਹਨਾਂ ਨੂੰ ਕੋਈ ਗਿਆਨ ਨਹੀਂ, ਸੰਸਕ੍ਰਿਤੀ ਦੇ ਪੜਾਵਾਂ ਦਾ ਉਹਨਾਂ ਨੂੰ ਕੋਈ ਪਹਿਚਾਣ ਨਹੀਂ। ਇਹ ਸਭ ਗੱਲਾਂ ਸਾਡੀ ਕੌਨਸ਼ੀਅਸਨੈਸ ਦਾ ਆਧਾਰ ਕਿਉਂ ਨਹੀਂ ਬਣਦੀਆਂ? ਬਸ ਇੱਕ ਆਦਮੀ ਹੈ, ਭਾਵੇਂ ਉਹ ਪਤੀ ਹੈ, ਭਾਵੇਂ ਪ੍ਰੇਮੀ, ਉਹਨਾਂ ਦੀ ਸੋਚ ਦਾ ਆਦਿ ਤੇ ਅੰਤ ਹੈ। ਇਹ ਕਿਉਂ? ਸਦੀਆਂ ਤੋਂ ਇੱਕ ਸੀਮਤ ਦਾਇਰੇ 'ਚ ਰਹਿਣ ਕਰਕੇ ਔਰਤ ਦੀ ਸੋਚ ਵੀ ਸੀਮਤ ਹੀ ਰਹਿ ਗਈ ਹੈ। ਸਿਮਰਨ, ਔਰਤ ਨੂੰ ਉਹਦੇ ਬਾਰੇ ਜੋ ਕੁਝ ਦੱਸਿਆ ਗਿਆ ਉਹਨੇ ਉਹਨੂੰ ਆਪਣੀ ਜ਼ਿੰਦਗੀ ਦਾ ਸੱਚ ਸਵੀਕਾਰ ਕਰ ਲਿਆ। ਪੱਛਮ ਵਿੱਚ ਤਾਂ ਔਰਤਾਂ ਬਹੁਤ ਆਜ਼ਾਦ ਹਨ, ਮਰਜ਼ੀ ਨਾਲ ਜਿਉਂਦੀਆਂ ਹਨ, ਮਰਜ਼ੀ ਨਾਲ ਵਿਆਹ ਕਰਦੀਆਂ ਹਨ, ਮਰਜ਼ੀ ਨਾਲ ਤਲਾਕ ਦੇ ਦਿੰਦੀਆਂ ਹਨ, ਮਰਜ਼ੀ ਦਾ ਕੰਮ ਮਿਲ ਜਾਂਦਾ, ਬਰਾਬਰ ਦੇ ਸਭ ਹੱਕ ਨੇ। ਫਿਰ ਉੱਥੇ ਫੈਮਿਨਿਸਟ ਮੂਵਮੈਂਟ ਦੀ ਕੀ ਲੋੜ ਸੀ? ਸਿਮਰਨ ਨੇ ਸੰਜੀਦਗੀ ਨਾਲ ਪੁੱਛਿਆ। ਪੱਛਮ ਦੀ ਸੁਸਾਇਟੀ ਜਿੱਥੇ ਅੱਜ ਪਹੁੰਚੀ ਹੈ, ਉਸ ਲਈ ਵੀ ਔਰਤ ਨੇ, ਜਾਂ ਆਖੋ ਔਰਤਾਂ ਦੀਆਂ ਜਥੇਬੰਦੀਆਂ ਨੇ ਸੰਘਰਸ਼ ਕੀਤਾ ਹੈ। ਉੱਥੇ ਵੀ ਬਹੁਤ ਸਾਰੀਆਂ ਅਸਮਾਨਤਾਵਾਂ ਸਨ, ਜਿਵੇਂ ਔਰਤ ਨੂੰ ਵੋਟ ਦੇਣ ਦਾ ਹੱਕ ਨਹੀਂ ਸੀ, ਬਰਾਬਰ ਦੇ ਕੰਮ ਲਈ ਵੀ ਬਰਾਬਰ ਤਨਖਾਹ ਨਹੀਂ ਸੀ ਮਿਲਦੀ, ਸਾਰੇ ਕੰਮਾਂ ਲਈ ਉਹਨੂੰ ਯੋਗ ਨਹੀਂ ਸੀ ਸਮਝਿਆ ਜਾਂਦਾ। ਮਸਲਨ ਕੋਈ ਔਰਤ ਪਾਦਰੀ ਨਹੀਂ ਸੀ ਬਣ ਸਕਦੀ। ਅਜੇ ਵੀ ਉੱਥੇ ਬਥੇਰੀਆਂ ਗੱਲਾਂ ਹਨ ਜਿਹੜੀਆਂ ਔਰਤਾਂ ਲਈ ਅਣਸੁਖਾਵੀਆਂ ਹਨ। ਤੁਹਾਡਾ ਖਿਆਲ ਹੈ ਮੈਡਮ ਅੱਜ ਦੀ ਔਰਤ ਨੂੰ ਬਰਾਬਰ ਦੇ ਮੌਕੇ ਤੇ ਬਰਾਬਰ ਦੇ ਹੱਕ ਪ੍ਰਾਪਤ ਨਹੀਂ? ਤੂੰ ਅਜੇ ਬੱਚੀ ਹੈ ਸਿਮਰਨ, ਤੂੰ ਅੱਪਰ ਕਲਾਸਾਂ ਦੇ ਘਰਾਂ ਦੀ ਗੱਲ ਕਰ ਰਹੀ ਹੈ, ਜਿੱਥੇ ਲੜਕੇ ਲੜਕੀਆਂ 'ਚ ਕੋਈ ਫਰਕ ਨਹੀਂ ਸਮਝਿਆ ਜਾਂਦਾ, ਕਿਉਂਕਿ ਉੱਥੇ ਲੜਕੀ ਮਾਪਿਆਂ ਉੱਪਰ ਬੋਝ ਨਹੀਂ ਬਣਦੀ। ਪਰ ਆਮ ਲੋਕਾਂ ਬਾਰੇ ਸੋਚ, ਪਿਛਲੇ ਵੇਲਿਆਂ ਵਿੱਚ ਕੁੜੀਆਂ ਨੂੰ ਜੰਮਦਿਆਂ ਨੂੰ ਮਾਰ ਦਿੰਦੇ ਸੀ। ਜੰਮਦੀ ਬੱਚੀ ਨੂੰ ਮੂੰਹ ਨੂੰ ਗੁੜ ਦੀ ਡਲੀ ਲਾ ਕੇ ਹੱਥ 'ਚ ਪੂਣੀ ਫੜਾ ਕੇ ਆਖ ਦਿੱਤਾ ਜਾਂਦਾ ਸੀ, ਜਾ ਧੀਏ ਗੁੜ ਖਾਈ ਤੇ ਪੂਣੀ ਕੱਤੀ, ਆਪ ਨਾ ਹੀ ਵੀਰ ਨੂੰ ਕੱਤੀ।
ਤੇ ਇਹ ਆ ਕੇ ਉਹਨੂੰ ਘੜੇ 'ਚ ਪਾ ਕੇ ਧਰਤੀ 'ਚ ਦੱਬ ਦਿੱਤਾ ਜਾਂਦਾ ਸੀ। ਤੇ ਅੱਜ ਟੈਸਟ ਕਰਵਾ ਕੇ ਜੇ ਪਤਾ ਲੱਗ ਜਾਏ ਲੜਕੀ ਹੋਣੀ ਹੈ ਤਾਂ ਅਬੋਰਸ਼ਨ ਕਰਵਾ ਦਿੱਤਾ ਜਾਂਦਾ। ਇਉਂ ਇੰਨੇ ਵਰ੍ਹਿਆਂ 'ਚ ਸਿਰਫ ਕੁੜੀਆਂ ਮਾਰਨ ਦਾ ਢੰਗ ਹੀ ਬਦਲਿਆ। ਸਿਮਰਨ ਹੈਰਾਨ ਹੋ ਕੇ ਮੈਡਮ ਸੌਂਦੀ ਵੱਲ ਝਾਕੀ। ਇਸ ਗੱਲ ਬਾਰੇ ਇਉਂ ਤਾਂ ਉਹਨੇ ਕਦੇ ਸੋਚਿਆ ਹੀ ਨਹੀਂ ਸੀ। ਫਿਰ ਤੂੰ ਦੇਖ, ਆਥਣ ਸਵੇਰੇ ਵੇਲੇ ਕੁਵੇਲੇ ਦੂਰ ਨੇੜੇ ਕੋਈ ਇਕੱਲੀ ਕੁੜੀ, ਲੜਕੀ, ਔਰਤ ਕਿਧਰੇ ਜਾ ਹੀ ਨਹੀਂ ਸਕਦੀ, ਜਿਵੇਂ ਆਲੇ ਦੁਆਲੇ ਇਨਸਾਨ ਨਹੀਂ ਭੇੜੀਏ ਵਸਦੇ ਹੋਣ। ਬਚਪਨ ਦਾ ਵਿਆਹ, ਪਰਦਾ, ਸਤੀ, ਪਤੀ ਦਾ ਕਈ ਵਿਆਹ ਕਰਵਾ ਸਕਣਾ, ਔਰਤ ਦੀ ਗਲਤੀ ਦਾ ਇਹ ਵੀ ਆਲਿਆ ਵਾਂਗ ਗੁਨਾਹ ਬਣ ਜਾਣਾ, ਤੇ ਆਦਮੀ ਦਾ ਇੰਦਰ ਵਾਂਗ ਗੁਨਾਹਗਾਰ ਹੋ ਕੇ ਵੀ ਨਹਾਤਾ ਘੋੜਾ ਬਣੇ ਹੋਣਾ। ਬੱਚਿਆਂ ਉੱਪਰ ਮਾਂ ਦੀ ਥਾਂ ਪਿਓ ਦੀ ਮਾਲਕੀ ਹੋਣੀ, ਔਰਤ ਦੇ ਆਪਣੇ ਕਿਸੇ ਨਾ ਥੇ ਦੀ ਥਾਂ ਉਹਦਾ ਸਿਰਫ ਮਿਸਿਸ ਸੋ ਐਂਡ ਸੋ ਹੀ ਹੋਣਾ, ਸਭ ਗੱਲਾਂ ਉਹਦੀ ਦੂਜੈਲੀ ਸੈਕਿੰਡ ਰੇਟ ਸਥਿਤੀ ਦੀਆਂ ਸੂਚਕ ਹਨ। ਹੋਰ? ਸਿਮਰਨ ਨੇ ਹੈਰਾਨ ਹੋ ਕੇ ਪੁੱਛਿਆ। ਹੋਰ, ਔਰਤ ਦੇ ਸਾਹਮਣੇ ਆਦਰਸ਼ਕ ਔਰਤ, ਆਦਰਸ਼ਕ ਪਤਨੀ, ਆਦਰਸ਼ਕ ਮਾਂ ਦੇ ਆਦਰਸ਼ ਮਿੱਥ ਦੇਣੇ, ਜਿਨ੍ਹਾਂ ਉੱਪਰ ਪੂਰੀ ਨਾ ਉਤਰਨ ਤੇ ਔਰਤ ਦਾ ਖੁਦ ਨੂੰ ਕਸੂਰਵਾਰ ਮਿੱਥ ਕੇ ਮਾਨਸਿਕ ਜ਼ੁਲਮ ਦਾ ਸ਼ਿਕਾਰ ਹੋਈ ਰਹਿਣਾ। ਦੂਜੀ ਗੱਲ, ਔਰਤ ਆਪਣੇ ਭਵਿੱਖ, ਆਪਣੇ ਘਰ-ਬਾਰ, ਆਪਣੇ ਪਤੀ, ਇੱਥੋਂ ਤੱਕ ਕਿ ਬੱਚਿਆਂ ਬਾਰੇ ਵੀ ਕਦੇ ਯਕੀਨ ਨਾਲ ਕੁਝ ਨਹੀਂ ਜਾਣਦੀ ਤੇ ਹਮੇਸ਼ਾ ਇਸ ਭੈ ਅੰਦਰ ਜਿਉਂਦੀ ਹੈ ਕਿ ਪਤਾ ਨਹੀਂ ਕਦੋਂ ਕੀ ਹੋ ਜਾਵੇ। ਆਪਣੀ ਇਸ ਅਸੁਰੱਖਿਆ ਦੇ ਕਾਰਨ ਉਹ ਤਰ੍ਹਾਂ ਤਰ੍ਹਾਂ ਨਾਲ ਮਰਦ ਨੂੰ ਰਿਝਾਉਣ ਦੀ ਕੋਸ਼ਿਸ਼ ਕਰਦੀ ਹੈ। ਉਹਦੇ ਬਣਾਏ ਸਾਂਚਿਆਂ ਦੇ ਮੇਚਦੀ ਹੋਣ ਲਈ ਆਪਣੇ ਆਪ ਨੂੰ ਛਿੱਲਣ ਤਰਾਸ਼ਣ ਦੇ ਦੁਖਦਾਈ ਕਰਮ ਵਿੱਚੋਂ ਵੀ ਲੰਘਦੀ ਹੈ। ਤੇ ਇਸ ਦੌੜ ਵਿੱਚ ਉਹ ਦੂਜੀਆਂ ਔਰਤਾਂ ਨਾਲ ਮੁਕਾਬਲੇ ਵਿੱਚ ਕਈ ਵਾਰ ਦੂਜੀਆਂ ਔਰਤਾਂ ਦੇ ਘਰ-ਬਾਰ ਤਬਾਹ ਕਰਨ ਤੋਂ ਵੀ ਦਰੇਗ ਨਹੀਂ ਕਰਦੀ। ਜੇ ਅੱਜ ਦੀ ਔਰਤ ਦੀ ਇਹ ਸਥਿਤੀ ਹੈ ਮੈਡਮ ਜੀ, ਫਿਰ ਤਾਂ ਇਹ ਬਹੁਤ ਭਿਆਨਕ ਹੈ। ਪਰ ਇਹ ਸਭ ਹੋ ਕਿਸ ਤਰ੍ਹਾਂ ਗਿਆ? ਇਸ ਨਾਲੋਂ ਤਾਂ ਇਹ ਅਰੇਂਜਮੈਂਟ ਕਿ ਔਰਤ ਹੀ ਦੀ ਦੁਨੀਆ ਘਰ ਤੱਕ ਦੀ ਸੀਮਤ ਰਹੇ ਵਧੇਰੇ ਠੀਕ ਨਹੀਂ ਸੀ? ਸਿਮਰਨ ਨੇ ਪੁੱਛਿਆ। ਬੇਜੀ ਨੂੰ ਅਗਰ ਆਪਾਂ ਪੁੱਛੀਏ ਤਾਂ ਉਹ ਆਖਣਗੇ ਜ਼ਰੂਰ ਠੀਕ ਸੀ, ਕਿਉਂਕਿ ਉਦੋਂ ਹੱਕਾਂ ਤੇ ਫਰਜ਼ਾਂ ਦੇ ਘੇਰਿਆਂ, ਦਾਇਰਿਆਂ ਦੀਆਂ ਪੱਕੀਆਂ ਹੱਦਬੰਦੀਆਂ ਤੇ ਖਿਲੇਬੰਦੀਆਂ ਸਨ। ਮਸਲਨ ਔਰਤ ਨੂੰ ਪਤਾ ਹੁੰਦਾ ਸੀ ਕਿ ਉਹਦਾ ਆਦਮੀ ਜਿੱਥੇ ਮਰਜ਼ੀ ਫਿਰ ਤੁਰ ਆਵੇ, ਆਪਣੇ ਘਰ ਨੂੰ ਪਰਤੇਗਾ ਹੀ। ਉਹ ਆਦਮੀ ਦਾ ਕੋਠਿਆਂ ਉੱਪਰ ਜਾਣਾ ਵੀ ਅਣਗੌਲਿਆਂ ਕਰ ਦਿੰਦੀ ਸੀ, ਕਿਉਂਕਿ ਉਹਨੂੰ ਪਤਾ ਹੁੰਦਾ ਸੀ ਕਿ ਕੋਠੇ ਵਾਲੀ ਉਹਦੇ ਘਰ ਤੱਕ ਨਹੀਂ ਆ ਸਕਦੀ ਤੇ ਨਾ ਹੀ ਉਹਦਾ ਆਦਮੀ ਹਮੇਸ਼ਾ ਲਈ ਕੋਠੇ ਵਾਲੀ ਕੋਲ ਰਹਿ ਸਕਦਾ। ਇਸੇ ਤਰ੍ਹਾਂ ਆਦਮੀ ਨੂੰ ਪਤਾ ਹੁੰਦਾ ਸੀ ਕਿ ਉਹ ਕਿਸੇ ਵੇਲੇ ਵੀ ਘਰ ਪਰਤੇ ਉਹਦੀ ਔਰਤ ਉਹਦਾ ਇੰਤਜ਼ਾਰ ਕਰ ਰਹੀ ਹੋਏਗੀ। ਫਿਰ ਇਹ ਅਰੇਂਜਮੈਂਟ ਖਤਮ ਕਿਵੇਂ ਹੋ ਗਿਆ? ਤੂੰ ਸਮਾਜ ਵਿਗਿਆਨ ਦੀ ਕੋਈ ਕਿਤਾਬ ਪੜ੍ਹ ਲਈ? ਬਥੇਰੀਆਂ ਖੋਜਾਂ ਹੋ ਚੁੱਕੀਆਂ ਨੇ ਇਸ ਪਾਸੇ, ਮੈਡਮ ਨੇ ਦੱਸਿਆ। ਮੈਡਮ ਦੀ ਗੱਲ ਵਿੱਚ ਹੀ ਰਹਿ ਗਈ ਜਦੋਂ ਧਰਮ ਨੇ ਆ ਕੇ ਪੁੱਛਿਆ ਕਿ ਅੱਜ ਕਾਫੀ ਹਾਊਸ ਨਹੀਂ ਪਹੁੰਚੇ। ਉਹ ਪਤਾ ਹੀ ਨਹੀਂ ਲੱਗਿਆ ਟਾਈਮ ਦਾ, ਮੈਡਮ ਨੇ ਘੜੀ ਵੇਖਦਿਆਂ ਆਖਿਆ। ਹੁਣ ਚੱਲੀਏ ਕਾਫੀ ਪੀਣ? ਮੈਡਮ ਨੇ ਸਿਮਰਨ ਤੋਂ ਪੁੱਛਿਆ। ਆ ਰਿਹਾ ਬਹਿਰਾ ਲੈ ਕੇ, ਮੈਂ ਇੱਥੇ ਹੀ ਦੇ ਜਾਣ ਲਈ ਆਖ ਆਇਆ, ਧਰਮ ਨੇ ਸਾਹਮਣੇ ਵਾਲੀ ਖਾਲੀ ਕੁਰਸੀ ਉੱਪਰ ਬੈਠਦਿਆਂ ਦੱਸਿਆ। ਅੱਜ ਤੇ ਸਿਮਰਨ ਫੈਮਿਨਿਜ਼ਮ ਬਾਰੇ ਡਿਸਕਸ ਕਰਨ ਲੱਗ ਪਈ ਸੀ। ਮੈਡਮ ਨੇ ਦੱਸਿਆ, ਫੈਮਿਨਿਸਟ ਔਰਤਾਂ ਲਈ ਕਈ ਥਾਂ ਗਲਤ ਨੇ। ਉਹ ਆਦਮੀ ਨੂੰ ਔਰਤ ਦੇ ਵਿਰੋਧੀ ਦੇ ਤੌਰ ਉੱਪਰ ਪੇਸ਼ ਕਰਦੀਆਂ ਨੇ। ਉਹ ਇਹ ਭੁੱਲ ਜਾਂਦੀਆਂ ਨੇ ਕਿ ਸਿਰਫ ਔਰਤ ਨੂੰ ਹੀ ਬੰਦੇ ਦੀ ਲੋੜ ਨਹੀਂ ਹੁੰਦੀ, ਬੰਦੇ ਨੂੰ ਵੀ ਔਰਤ ਦੀ ਲੋੜ ਹੁੰਦੀ ਹੈ। ਧਰਮ ਨੇ ਜਦੋਂ ਆਖਿਆ, ਸਿਮਰਨ ਸਵਾਰ ਕੇ ਉਸ ਵੱਲ ਝਾਕੀ। ਆਦਮੀ ਨੂੰ ਔਰਤ ਦੀ ਨਹੀਂ, ਇੱਕ ਮੁਫਤ ਦੀ ਨੌਕਰਾਣੀ ਦੀ ਲੋੜ ਹੁੰਦੀ ਹੈ, ਮੈਡਮ ਸੌਂਦੀ ਨੇ ਹੱਸ ਕੇ ਕਿਹਾ। ਜੇ ਆਪਾਂ ਇਸੇ ਗੱਲ ਨੂੰ ਉਲਟਾ ਕੇ ਆਖੀਏ ਕਿ ਔਰਤ ਨੂੰ ਆਦਮੀ ਦੀ ਨਹੀਂ, ਇੱਕ ਮੁਫਤ ਦੇ ਨੌਕਰ ਦੀ ਲੋੜ ਹੁੰਦੀ ਹੈ, ਫਿਰ ਕਿਵੇਂ ਲੱਗੂ? ਧਰਮ ਬੋਲਿਆ। ਇਹਦਾ ਮਤਲਬ ਇਹ ਹੋਇਆ ਕਿ ਦੋਵਾਂ ਨੂੰ ਨੌਕਰਾਂ ਦੀ ਲੋੜ ਹੁੰਦੀ ਹੈ। ਸਿਮਰਨ ਨੇ ਹੱਸ ਕੇ ਕਿਹਾ। ਹਾਂ, ਬਸ ਇੱਥੇ ਹੀ ਤਾਂ ਲੋਕ ਖੁੰਝ ਜਾਂਦੇ ਨੇ। ਸਾਰੀ ਉਮਰ ਆਪਣੇ ਸਵੈ ਦੀ ਹੀ ਪਰਿਕਰਮਾ ਕਰਦੇ ਰਹਿੰਦੇ ਨੇ। ਜਦੋਂ ਦੂਸਰਾ ਵੀ ਤੁਹਾਡੇ ਸਵੈ ਦਾ ਹਿੱਸਾ ਬਣ ਜਾਂਦਾ ਹੈ, ਫਿਰ ਕੋਈ ਸਮੱਸਿਆ ਨਹੀਂ ਰਹਿ ਜਾਂਦੀ। ਧਰਮ ਨੇ ਜਦੋਂ ਆਖਿਆ, ਮੈਡਮ ਸੌਂਦੀ ਹੱਸ ਪਈ ਤੇ ਆਖਣ ਲੱਗੀ, ਧਰਮ ਤੇ ਕਾਫੀ ਸਿਆਣਾ ਹੋ ਗਿਆ ਲੱਗਦਾ। ਕੌਣ ਸਿਆਣਾ ਹੋ ਗਿਆ ਲੱਗਦਾ? ਬਲਦੇਵ ਨੇ ਅੰਦਰ ਆਉਂਦਿਆਂ ਪੁੱਛਿਆ ਤੇ ਫਿਰ ਆਖਣ ਲੱਗਿਆ, ਰੱਬ ਦਾ ਨਾਂ ਲੈ ਕੇ ਤੁਹਾਡਾ ਫਾਰਮ ਜਮ੍ਹਾਂ ਕਰਵਾ ਆਇਆ। ਲਓ ਫਿਰ ਕੌਫੀ ਪੀਓ ਸਾਰੇ, ਮੈਡਮ ਨੇ ਬਹਿਰੇ ਨੂੰ ਕਾਫੀ ਲਈ ਆਉਂਦੇ ਨੂੰ ਵੇਖ ਕੇ ਆਖਿਆ। ਅੰਗ 12ਵਾਂ। ਦੀਵਾਲੀ ਦੀਆਂ 4 ਛੁੱਟੀਆਂ ਘਰ ਲਗਾ ਕੇ ਬਲਦੇਵ ਜਦੋਂ ਵਾਪਸ ਯੂਨੀਵਰਸਿਟੀ ਪਰਤਿਆ ਤਾਂ ਉਹਨੂੰ ਲੱਗਿਆ ਜਿਵੇਂ ਉਹ ਘਰ ਗਿਆ ਹੀ ਨਹੀਂ ਸੀ, ਸਗੋਂ ਘਰ ਪਰਤਿਆ। ਸਵੇਰੇ ਹੀ ਉਹ ਮਠਿਆਈ ਦਾ ਡੱਬਾ ਲੈ ਕੇ ਮੈਡਮ ਸੌਂਦੀ ਦੇ ਕਮਰੇ 'ਚ ਚਲਾ ਗਿਆ। ਸਿਮਰਨ ਪਹਿਲਾਂ ਹੀ ਉੱਥੇ ਬੈਠੀ ਮੈਡਮ ਨੂੰ ਆਪਣਾ ਦੂਜਾ ਚੈਪਟਰ ਵਿਖਾ ਰਹੀ ਸੀ। ਮੈਨੂੰ ਲੱਗਦਾ ਮੈਂ ਧਰਮ ਭਾਜੀ ਨੂੰ ਵੀ ਸੱਦ ਲਿਆਵਾਂ, ਆਖਦਾ ਉਹ ਮਠਿਆਈ ਦਾ ਡੱਬਾ ਰੱਖ ਕੇ ਉਹਨੀ ਪੈਰੀਂ ਪਰਤ ਗਿਆ ਤੇ ਕੁਝ ਚਿਰ ਮਗਰੋਂ ਧਰਮ ਨੂੰ ਇਹ ਆਖ ਕੇ ਸੱਦ ਲਿਆਇਆ
ਕਿ ਤੁਹਾਨੂੰ ਮੈਡਮ ਬੁਲਾਉਂਦੇ ਨੇ। ਤੂੰ ਲਾਇਬ੍ਰੇਰੀ ਬੈਠ ਕੇ ਪੜ੍ਹਿਆ ਵੀ ਕਰ ਕਦੇ। ਮੈਡਮ ਨੇ ਬਲਦੇਵ ਨੂੰ ਮਿੱਠੀ ਜੀ ਝਾੜ ਪਾਈ। ਹੁਣ ਤਾਂ ਮੈਂ ਰਾਤ ਨੂੰ 12 ਵਜੇ ਤੱਕ ਪੜ੍ਹਦਾ। ਬਲਦੇਵ ਨੇ ਜਿਵੇਂ ਆਪਣੀ ਸਫਾਈ ਦੇਣ ਵਾਂਗ ਆਖਿਆ। ਕੀ ਗੱਲ, ਇਸ ਵਾਰੀ ਡਿਗਰੀ ਪੜ੍ਹ ਕੇ ਲੈਣੀ ਹੈ? ਸਿਮਰਨ ਨੇ ਉਹਨੂੰ ਮਜ਼ਾਕ ਕੀਤਾ। ਉਂਝ ਮੈਡਮ ਜੀ, ਮੈਂ ਕਈ ਵਾਰੀ ਸੋਚਦਾ ਕਿ ਬੰਦਾ ਪਹਿਲੇ ਮਰ ਕੇ ਪੜ੍ਹਦਾ ਹੈ, ਫਿਰ ਨੌਕਰੀ ਕਰਦਾ, ਪੈਸੇ ਜੋੜਦਾ, ਘਰ ਬਣਾਉਂਦਾ, ਬੱਚੇ ਪਾਲਦਾ ਤੇ ਇੱਕ ਦਿਨ ਮਰ ਜਾਂਦਾ ਹੈ। ਇਹ ਵੀ ਕੀ ਗੱਲ ਹੋਈ? ਜੇ ਮਰ ਹੀ ਜਾਣਾ, ਕਾਹਦੇ ਲਈ ਬੰਦਾ ਕੁਝ ਕਰੇ? ਬਲਦੇਵ ਮੈਡਮ ਸੌਂਦੀ ਨੂੰ ਪੁੱਛ ਰਿਹਾ ਸੀ। ਪੜ੍ਹਾਈ ਕਰਦਾ, ਨੌਕਰੀ ਕਰਦਾ, ਪੈਸੇ ਜੋੜਦਾ, ਘਰ ਬਣਾਉਂਦਾ ਤੇ ਬੱਚੇ ਪਾਲਦਾ ਬੰਦਾ ਅਗਰ ਇਹ ਯਾਦ ਰੱਖ ਲਵੇ ਕਿ ਇੱਕ ਦਿਨ ਉਹਨੇ ਮਰ ਹੀ ਜਾਣਾ ਹੈ, ਫਿਰ ਉਹਨੂੰ ਮੁਕਤੀ ਹਾਸਲ ਕਰਨ ਲਈ ਹੋਰ ਕੁਝ ਕਰਨ ਦੀ ਲੋੜ ਨਹੀਂ। ਬਲਦੇਵ, ਮੈਡਮ ਨੇ ਦੱਸਿਆ, ਮੁਕਤੀ ਦਾ ਮਤਲਬ ਹੈ ਮਰਨ ਜੰਮਣ ਦੇ ਚੱਕਰ 'ਚ ਆਊਟ ਹੋ ਜਾਣਾ। ਇਸ ਨਾਲੋਂ ਇਹ ਅੱਛਾ ਨਹੀਂ ਕਿ ਜ਼ਿੰਦਗੀ 'ਚ ਆਈ ਜਾਓ ਜਾਈ ਜਾਓ, ਦੁਨੀਆ ਦੇ ਰੰਗ ਤਮਾਸ਼ੇ ਵੇਖੋ। ਪਰ ਬਲਦੇਵ, ਬੇਅਰਥ ਮਰਨਾ ਜੰਮਣਾ ਵੀ ਕਿਸ ਅਰਥ? ਤਾਂ ਕਿ ਮੈਡਮ ਜੀ, ਸਾਡੇ ਵਰਗੇ ਲੋਕ ਬੇਅਰਥ ਹੀ ਜੀ ਰਹੇ ਨੇ। ਜਦੋਂ ਇਹ ਸੋਚ ਪੈਦਾ ਹੋ ਗਈ ਕਿ ਕੀ ਅਸੀਂ ਬੇਅਰਥ ਹੀ ਜੀ ਰਹੇ ਹਾਂ, ਫਿਰ ਬੇਅਰਥ ਤੋਂ ਅਰਥ ਵੱਲ ਪਹਿਲਾ ਕਦਮ ਤਾਂ ਪੁੱਟਿਆ ਗਿਆ ਸਮਝੋ, ਮੈਡਮ ਨੇ ਹੱਸ ਕੇ ਦੱਸਿਆ। ਉਂਝ ਮੈਡਮ ਜੀ, ਸੱਚੀ ਗੱਲ ਇਹ ਹੈ ਕਿ ਕਈ ਵਾਰੀ ਸਮਝ ਹੀ ਨਹੀਂ ਲੱਗਦੀ ਕਿ ਅਸੀਂ ਕਾਹਦੇ ਲਈ ਜਿਉਂ ਜਾ ਰਹੇ ਹਾਂ। ਇਹੀ ਤਾਂ ਬਲਦੇਵ ਹਰ ਬੰਦੇ ਨੇ ਤਲਾਸ਼ ਕਰਨਾ ਹੁੰਦਾ ਕਿ ਉਹ ਕਾਹਦੇ ਲਈ ਜਿਆ ਰਿਹਾ। ਤੁਸੀਂ ਦੱਸੋ ਧਰਮ ਭਾਜੀ, ਸੰਸਾਰ 'ਚ ਨਿੱਤ ਜਿਹੜੇ ਬੰਦੇ ਬੰਦਿਆਂ ਨੂੰ ਮਾਰੀ ਜਾ ਰਹੇ ਨੇ, ਕੀ ਉਹ ਜਾਣਦੇ ਨੇ ਕਿ ਉਹ ਕੀ ਕਰ ਰਹੇ ਨੇ? ਬਲਦੇਵ ਨੇ ਇਸ ਵਾਰੀ ਗੱਲ ਧਰਮ ਨਾਲ ਕੀਤੀ। ਬੰਦੇ ਬੰਦਿਆਂ ਨੂੰ ਮਰਵਾਈ ਜਾ ਰਹੇ ਨੇ, ਇਹ ਤੈਨੂੰ ਕਿਹਨੇ ਆਖ ਦਿੱਤਾ ਕਿ ਬੰਦੇ ਦੀ ਜੂਨ 'ਚ ਹਰ ਬੰਦਾ ਬੰਦਾ ਹੀ ਹੈ? ਧਰਮ ਨੇ ਆਖਿਆ। ਤੁਹਾਡਾ ਖਿਆਲ ਹੈ ਸੂਟ ਪਾਈ, ਟਾਈ ਲਾਈ, ਸਾਡੇ ਕੋਲੋਂ ਦੀ ਲੰਘਿਆ ਬੰਦਾ ਅਸਲ 'ਚ ਬੰਦੇ ਦੀ ਜੂਨ 'ਚ ਖੋਤਾ ਵੀ ਹੋ ਸਕਦਾ? ਖੋਤਾ, ਕੁੱਤਾ, ਗਿੱਦੜ, ਲੂੰਬੜ, ਬਘਿਆੜ, ਸੱਪ, ਸ਼ੇਰ, ਕੁਝ ਵੀ ਹੋ ਸਕਦਾ। ਧਰਮ ਭਾਜੀ ਕਦੇ ਕਦੇ ਹੀ ਕਰਦੇ ਨੇ, ਪਰ ਕਰਦੇ ਬੜੀ ਪਤੇ ਦੀ ਨੇ। ਤੇ ਸਿਮਰਨ ਕੁੜੀ ਦੀ ਜੂਨ 'ਚ ਅਸਲ ਵਿੱਚ ਕੌਣ ਹੈ? ਸਿਮਰਨ ਨੂੰ ਚਾਹ ਬਣਾਈ ਲਈ ਆਉਂਦੀ ਨੂੰ ਵੇਖ ਕੇ ਬਲਦੇਵ ਨੇ ਸ਼ਰਾਰਤ ਨਾਲ ਪੁੱਛਿਆ। ਧਰਮ ਨੇ ਕੋਈ ਉੱਤਰ ਨਾ ਦਿੱਤਾ। ਮੈਂ ਦੱਸਾਂ ਸਿਮਰਨ ਕੌਣ ਹੈ? ਮੈਡਮ ਬੋਲੀ। ਸਿਮਰਨ ਅਸਲ 'ਚ ਇੱਕ ਕਵਿਤਾ ਹੈ। ਤੇ ਬਲਦੇਵ? ਇਸ ਵਾਰੀ ਸਿਮਰਨ ਨੇ ਸ਼ਰਾਰਤ ਨਾਲ ਪੁੱਛਿਆ। ਲੈ, ਆਪਣੇ ਬਾਰੇ ਤੁਸੀਂ ਆਪ ਲੱਭੋ ਕਿ ਤੁਸੀਂ ਕੌਣ ਹੋ। ਮੈਂ ਸਾਰਿਆਂ ਬਾਰੇ ਕਿਉਂ ਦੱਸਾਂ? ਆ ਕੇ ਮੈਡਮ ਨੇ ਗੱਲ ਟਾਲ ਦਿੱਤੀ। ਪਰ ਮੈਡਮ ਜੀ, ਮਨੁੱਖ ਦੇ ਇਹ ਸਵਾਲ ਕਿ ਮੈਂ ਕੌਣ ਹੈ, ਸੰਸਾਰ ਕੀ ਹੈ, ਮੇਰਾ ਇਸ ਨਾਲ ਕੀ ਰਿਸ਼ਤਾ ਹੈ, ਬਹੁਤ ਪਿੱਛਾਂ ਸ਼ਾਇਦ ਵੇਦਾਂ ਉਪਨਿਸ਼ਦਾਂ ਦੇ ਵੇਲਿਆਂ 'ਚ ਹੀ ਕਿਧਰੇ ਰਹਿ ਗਏ ਹਨ। ਸਿਮਰਨ ਨੇ ਮੈਡਮ ਨੂੰ ਚਾਹ ਦਾ ਕੱਪ ਫੜਾਉਂਦਿਆਂ ਆਖਿਆ। ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਸਭ ਇਉਂ ਕਿਉਂ ਹੋ ਗਿਆ? ਧਰਮ ਬੋਲਿਆ। ਸਾਡੇ ਪੂਰਵਜਾਂ ਨੇ ਧਰਮ, ਅਰਥ, ਕਾਮ ਤੇ ਮੋਕਸ਼ ਜ਼ਿੰਦਗੀ ਦੀਆਂ 4 ਸੰਚਾਲਕ ਸ਼ਕਤੀਆਂ ਦੱਸੀਆਂ ਹਨ, ਪਰ ਅੱਜ ਅਰਥ ਤੇ ਕਾਮ ਹੀ ਸੰਚਾਲਕ ਸ਼ਕਤੀਆਂ ਰਹਿ ਗਈਆਂ ਹਨ। ਮੈਡਮ ਸੌਂਦੀ ਬੋਲੀ। ਇਹਨਾਂ ਗੱਲਾਂ ਦੀ ਸਮਝ ਹੋਣ ਮਗਰੋਂ ਅੱਜ ਦੀ ਜ਼ਿੰਦਗੀ ਤਾਂ ਤੁਹਾਨੂੰ ਬੜੀ ਊਟ ਪਟੰਗ ਲੱਗਦੀ ਹੋਏਗੀ, ਹੈ ਨਹੀਂ ਮੈਡਮ ਜੀ? ਬਲਦੇਵ ਪੁੱਛ ਰਿਹਾ ਸੀ। ਅਜਿਹੇ ਵੇਲੇ ਫਰਸਟ੍ਰੇਸ਼ਨ ਤੋਂ ਬਚਣ ਲਈ ਆਪਣੇ ਅੰਦਰ ਹੀ ਕੋਈ ਪਨਾਹ ਢੂੰਡ ਲੈਣੀ ਚਾਹੀਦੀ ਹੈ। ਆਪਣਾ ਦੀਵਾ ਆਪ ਬਣਨ ਦੀ ਲੋੜ ਹੁੰਦੀ ਹੈ, ਮੈਡਮ ਨੇ ਦੱਸਿਆ। ਮੈਨੂੰ ਤਾਂ ਸਿੱਧੀ ਜਿਹੀ ਗੱਲ ਦੱਸੋ ਕਿ ਬੰਦਾ ਕਾਹਦੇ ਲਈ ਜੀਏ, ਕਿਵੇਂ ਜੀਵੇ? ਬਲਦੇਵ ਬੋਲਿਆ। ਮੈਡਮ ਹੱਸ ਪਈ। ਰਿਸਰਚ ਲਈ ਬਲਦੇਵ ਦਾ ਗਾਈਡ ਡਾਕਟਰ ਖੇੜਾ ਹੈ ਤੇ ਜਿਉਣ ਲਈ ਬਲਦੇਵ ਤੁਹਾਨੂੰ ਗਾਈਡ ਬਣਾਉਣਾ ਚਾਹੁੰਦਾ ਹੈ। ਸਿਮਰਨ ਨੇ ਜਿਵੇਂ ਮਜ਼ਾਕ ਕੀਤਾ। ਮੈਡਮ ਜੀ, ਸਿਮਰਨ ਇੰਨੀ ਸਮਝਦਾਰ ਕਿਵੇਂ ਹੋ ਗਈ? ਮੈਨੂੰ ਇਹਦੀ ਗੱਲ ਦੀ ਵੀ ਸਮਝ ਨਹੀਂ ਲੱਗ ਰਹੀ। ਸਮਝ ਵੀ ਕਮਾਉਣੀ ਪੈਂਦੀ ਹੈ। ਸਿਮਰਨ ਪਤਾ ਨਹੀਂ ਕਿੰਨੇ ਕੁ ਜਨਮਾਂ ਦੀ ਇਸ ਪਾਸੇ ਨੂੰ ਤੁਰੀ ਹੋਈ ਹੈ। ਡਾਕਟਰ ਅਮਰ ਤੇ ਮੈਡਮ ਸੀਮਾ ਦੀ ਧੀ ਹੋਣਾ ਮਹਿਜ਼ ਇਤਫਾਕ ਨਹੀਂ, ਮੈਡਮ ਸੌਂਦੀ ਸੰਜੀਦਾ ਹੋ ਕੇ ਦੱਸ ਰਹੀ ਸੀ। ਤੁਸੀਂ ਵੀ ਜਨਮਾਂ 'ਚ ਯਕੀਨ ਰੱਖਦੇ ਹੋ? ਬਲਦੇਵ ਨੇ ਹੈਰਾਨ ਹੋ ਕੇ ਪੁੱਛਿਆ। ਤੁਸੀਂ ਜੋ ਮੇਰੇ ਆਲੇ ਦੁਆਲੇ ਬੈਠੇ ਹੋ, ਮੈਨੂੰ ਵੀ ਮਹਿਜ਼ ਇਤਫਾਕ ਨਹੀਂ ਮੰਨਦੇ। ਮੈਂ ਤੇ ਪਤਾ ਨਹੀਂ ਕਿੰਨੇ ਕੁ ਜਨਮ ਪਿੱਛੇ ਰਹਿ ਗਿਆ। ਲੱਗਦਾ ਹੈ ਸਿਮਰਨ ਹਮੇਸ਼ਾ ਮੇਰੇ ਅੱਗੇ ਅੱਗੇ ਤੁਰਦੀ ਜਾ ਰਹੀ ਹੈ। ਪਤਾ ਨਹੀਂ ਕਿਵੇਂ ਬਲਦੇਵ ਤੋਂ ਆਖਿਆ ਗਿਆ। ਮੈਡਮ ਸੌਂਦੀ ਤੇ ਸਿਮਰਨ ਦੋਵੇਂ ਹੱਸ ਪਈਆਂ। ਸ਼ਾਇਦ ਉਹ ਬਲਦੇਵ ਦੀ ਸੰਜੀਦਾ ਗੱਲ ਨੂੰ ਹਾਸੇ 'ਚ ਰੋਲ ਦੇਣਾ ਚਾਹੁੰਦੀਆਂ ਸਨ। ਉਂਝ ਮੈਡਮ ਜੀ, ਤੁਸੀਂ ਤਾਂ ਬਹੁਤ ਸੋਚਿਆ ਹੋਏਗਾ ਜ਼ਿੰਦਗੀ ਬਾਰੇ, ਤੇ ਸ਼ਾਇਦ ਡਾਕਟਰ ਖੇੜਾ ਠੀਕ ਹੀ ਆਖਦੇ ਹਨ। ਤੁਸੀਂ ਸਿਰਫ ਸੋਚਦੇ ਹੀ ਰਹੇ ਤੇ ਜ਼ਿੰਦਗੀ ਤੁਹਾਡੇ ਕੋਲੋਂ ਦੀ ਲੰਘਦੀ ਗਈ, ਬਲਦੇਵ ਆਖ ਰਿਹਾ ਸੀ। ਮੈਡਮ ਜੀ, ਬਲਦੇਵ ਤਾਂ ਅੱਜ ਕੱਲ੍ਹ ਲੋੜ ਨਾਲੋਂ ਵੱਧ ਸਿਆਣਾ ਹੁੰਦਾ ਜਾ ਰਿਹਾ। ਸਿਮਰਨ ਨੇ ਫਿਰ ਮਜ਼ਾਕ ਨਾਲ ਆਖਿਆ। ਨਹੀਂ, ਤੁਹਾਡੇ ਲੋਕਾਂ ਦੇ ਨੇੜੇ ਰਹਿ ਕੇ ਹੁਣ ਹੀ ਤਾਂ ਸਮਝ ਆਉਣ ਲੱਗੀ ਹੈ ਕਿ ਮੈਂ ਵੀ ਕਿੰਨਾ ਬੁੱਧੂ ਸੀ। ਮੈਡਮ ਜੀ, ਬਲਦੇਵ ਦਾ ਕੋਈ ਇਲਾਜ ਕਰੋ, ਇਹ ਲੋੜ ਨਾਲੋਂ ਵੱਧ ਸਿਆਣਾ ਹੁੰਦਾ ਜਾ ਰਿਹਾ। ਸਿਮਰਨ ਨੇ ਫਿਰ ਮਜ਼ਾਕ ਕੀਤਾ। ਮੇਰੀ ਟ੍ਰੈਜਡੀ ਇਹ ਹੈ ਕਿ ਸਿਮਰਨ, ਕਿ ਮੇਰੀ ਕਿਸੇ ਗੱਲ ਨੂੰ ਵੀ ਸੀਰੀਅਸਲੀ ਤੂੰ ਲੈਂਦੀ ਨਹੀਂ। ਸਾਡੇ ਸਾਰਿਆਂ ਵਿੱਚ ਤੂੰ ਹੀ ਤਾਂ ਇੱਕ ਜਿੰਦਾ ਦਿਲ ਬੰਦਾ ਹੈ। ਬਲਦੇਵ, ਜੇ ਤੂੰ ਵੀ ਸੀਰੀਅਸ ਹੋ ਗਿਆ, ਗੱਲ ਕੀ ਬਣੂ? ਮੈਡਮ ਸੌਂਦੀ ਆਖ ਰਹੀ ਸੀ।
ਤੁਹਾਡਾ ਮਤਲਬ ਹੈ ਮੈਂ ਹੀ ਇੱਕ ਮਸਖਰਾ ਹਾਂ? ਬਲਦੇਵ ਨੇ ਗਿਲੇ ਵਾਂਗ ਪੁੱਛਿਆ। ਮਸਖਰਾ ਤਾਂ ਬਹੁਤ ਇੰਟੈਲੀਜੈਂਟ ਹੁੰਦਾ ਹੈ। ਉਹ ਮਜ਼ਾਕ ਰਾਹੀਂ ਜ਼ਿੰਦਗੀ ਦੇ ਸੰਜੀਦਾ ਅਰਥਾਂ ਤੱਕ ਲੈ ਕੇ ਜਾਂਦਾ ਹੈ। ਬਹੁਤੇ ਲੋਕ ਜ਼ਿੰਦਗੀ ਦੇ ਅਰਥ ਲੱਭਦੇ ਖੁਦ ਵੀ ਗੁਆਚ ਜਾਂਦੇ ਨੇ। ਮੈਂ ਵੀ ਸ਼ਾਇਦ ਉਹਨਾਂ ਵਿੱਚੋਂ ਹੀ ਹਾਂ। ਤੇਰਾ ਘੱਟ ਸੰਜੀਦਾ ਹੋਣਾ ਚੰਗਾ ਲੱਗਦਾ ਹੈ। ਬਾਹਰ ਵੱਲ ਖੁੱਲ੍ਹਦੀ ਖਿੜਕੀ ਵਾਂਗ ਮੈਡਮ ਸੌਂਦੀ ਨੇ ਹੱਸ ਕੇ ਬਲਦੇਵ ਨੂੰ ਦੱਸਿਆ। ਮੇਰੀ ਕਿਸੇ ਵੀ ਗੱਲ ਨੂੰ ਸਿਮਰਨ ਕਦੇ ਸੀਰੀਅਸਲੀ ਨਹੀਂ ਲੈਂਦੀ। ਬਲਦੇਵ ਨੇ ਫਿਰ ਜਿਵੇਂ ਗਿਲਾ ਕੀਤਾ। ਤੂੰ ਖੁਦ ਇੰਨਾ ਸੀਰੀਅਸ ਹੁੰਦਾ ਜਾ ਰਿਹਾ ਕਿ ਸਗੋਂ ਡਰ ਲੱਗਦਾ ਕਿ ਤੂੰ ਚੰਗਾ ਭਲਾ ਹੁੰਦਾ ਸੀ। ਸਿਮਰਨ ਨੇ ਜਦੋਂ ਆਖਿਆ, ਬਲਦੇਵ ਦੇ ਪਤਾ ਨਹੀਂ ਕਿਉਂ ਅੱਖਾਂ ਦੇ ਕੋਇਆਂ 'ਚ ਪਾਣੀ ਸਿਮ ਆਇਆ। ਬਲਦੇਵ, ਤੂੰ ਸ਼ਾਇਦ ਇਹ ਨਹੀਂ ਜਾਣਦਾ ਕਿ ਤੂੰ ਜੋ ਵੀ ਹੈ ਸਾਨੂੰ ਸਾਰਿਆਂ ਨੂੰ ਚੰਗਾ ਲੱਗਦਾ ਹੈ, ਮੈਡਮ ਨੇ ਆਖਿਆ। ਤੇ ਫਿਰ ਉਹ ਸਿਮਰਨ ਬਾਰੇ ਵੱਲ ਝਾਕੀ ਤੇ ਬੋਲੀ, ਸਿਮਰਨ, ਤੂੰ ਆਪਣੇ ਥੀਸਿਸ ਦਾ ਵੀ ਕੰਮ ਕਰਿਆ ਕਰ। ਹਰ ਵੇਲੇ ਮੈਂ ਤੈਨੂੰ ਹੋਰ ਕਿਤਾਬ ਹੀ ਪੜ੍ਹਦੀ ਦੇਖਦੀ ਹਾਂ। ਮੈਂ ਮੈਡਮ ਟਿਵਾਣਾ ਤੋਂ ਪਰਸੋਂ ਦਾ ਟਾਈਮ ਲਿਆ ਹੋਇਆ ਇੰਟਰਵਿਊ ਲਈ। ਤੇਰਾ ਖਿਆਲ ਹੈ ਮੈਡਮ ਟਿਵਾਣਾ ਆਪਣੀਆਂ ਲਿਖਤਾਂ ਦੇ ਦਾਰਸ਼ਨਿਕ ਆਧਾਰ ਬਾਰੇ ਤੈਨੂੰ ਕੋਈ ਦੱਸ ਸਕੇਗੀ? ਇਹੀ ਤਾਂ ਦੇਖਣਾ ਹੈ ਕਿ ਆਪਣੀ ਰਚਨਾ ਬਾਰੇ ਉਹਨਾਂ ਦੇ ਆਪਣੇ ਵਿਚਾਰ ਕਿਹੋ ਜਿਹੇ ਹਨ। ਉਹਨਾਂ ਵਿਚਾਰਾਂ ਵਿੱਚ ਖੁਸ਼ ਫਹਿਮੀਆਂ ਅਤੇ ਗਲਤ ਫਹਿਮੀਆਂ ਕਿੰਨੀਆਂ ਕੁ ਹਨ, ਇਹ ਕਿਵੇਂ ਪਤਾ ਲੱਗੇਗਾ? ਧਰਮ ਨੇ ਪੁੱਛਿਆ। ਇਸ ਗੱਲ ਦੀ ਗਵਾਹੀ ਲਿਖਤ ਵਿਚਲੇ ਤੱਥ ਅਤੇ ਸੱਚ ਤੋਂ ਮਿਲ ਸਕਦੀ ਹੈ। ਰਚਨਾ ਨੂੰ ਰਚਨਾਕਾਰ ਨਾਲ ਜੋੜ ਕੇ ਰਚਨਾ ਨੂੰ ਡੀਕੋਡ ਕਰਨ ਵਿੱਚ ਕੋਈ ਮਦਦ ਮਿਲ ਸਕੇ ਚੰਗੀ ਗੱਲ ਹੈ। ਉਂਝ ਰਚਨਾ ਨੂੰ ਰਚਨਾਕਾਰ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ, ਮੈਡਮ ਸੌਂਦੀ ਨੇ ਦੱਸਿਆ। ਗੱਲਾਂ ਅਜੇ ਚੱਲ ਹੀ ਰਹੀਆਂ ਸਨ ਕਿ ਮੈਡਮ ਸੌਂਦੀ ਦੇ ਫਲੈਟ ਦੀ ਘੰਟੀ ਖੜਕੀ। ਬਲਦੇਵ ਬਾਹਰ ਗਿਆ। ਰਾਮਦੇਵ ਮੈਡਮ ਨੂੰ ਇੱਕ ਨੋਟਿਸ ਦੇਣ ਆਇਆ ਸੀ। ਬਲਦੇਵ ਨੇ ਮੈਡਮ ਵੱਲੋਂ ਦਸਖਤ ਕਰਕੇ ਨੋਟਿਸ ਲੈ ਲਿਆ। ਨੋਟਿਸ ਪੜ੍ਹਦਾ ਹੀ ਉਹ ਅੰਦਰ ਆ ਗਿਆ। ਲਓ, ਹੋਰ ਸੁਣੋ, ਉਹਨੇ ਨੋਟਿਸ ਮੈਡਮ ਦੇ ਅੱਗੇ ਕਰਦਿਆਂ ਆਖਿਆ। ਨੋਟਿਸ ਸੀ, ਅੱਗੇ ਤੋਂ ਕੋਈ ਟੀਚਰ ਕਿਸੇ ਵਿਦਿਆਰਥੀ ਨੂੰ ਕਿਸੇ ਕੰਮ ਲਈ ਵੀ ਘਰ ਨਹੀਂ ਬੁਲਾਏਗਾ ਅਤੇ ਨਾ ਹੀ ਕੋਈ ਵਿਦਿਆਰਥੀ ਕਿਸੇ ਕੰਮ ਲਈ ਵੀ ਕਿਸੇ ਟੀਚਰ ਦੇ ਘਰ ਜਾਏਗਾ। ਇਹ ਜ਼ਰੂਰੀ ਹੈ। ਲੱਗਦਾ ਹੈ ਕਿਸੇ ਨੇ ਸਾਡੀ ਸ਼ਿਕਾਇਤ ਲਗਾਈ ਹੈ, ਸਿਮਰਨ ਨੇ ਜਿਵੇਂ ਚਿੰਤਾਤੁਰ ਹੋ ਕੇ ਕਿਹਾ। ਨਹੀਂ, ਇਹ ਸਾਡੀ ਸ਼ਿਕਾਇਤ ਨਹੀਂ, ਯੂਨੀਵਰਸਿਟੀ 'ਚ ਹੋਰ ਬਹੁਤ ਕਿਸਮ ਦੀਆਂ ਗੱਲਾਂ ਹੋਣ ਲੱਗ ਪਈਆਂ ਹਨ, ਧਰਮ ਨੇ ਦੱਸਿਆ। ਪਰ ਲੇਡੀ ਟੀਚਰ ਦੇ ਘਰ ਤਾਂ ਕੁੜੀਆਂ ਜਾ ਸਕਦੀਆਂ ਹੋਣਗੀਆਂ, ਸਿਮਰਨ ਨੇ ਸੰਜੀਦਗੀ ਨਾਲ ਪੁੱਛਿਆ। ਤੁਸੀਂ ਮੈਡਮ ਸਿਮਰਨ ਨੂੰ ਅਡੋਪਟ ਹੀ ਕਿਉਂ ਨਹੀਂ ਕਰ ਲੈਂਦੇ? ਵਿੱਚੋਂ ਝਗੜਾ ਹੀ ਮੁੱਕੇ। ਬਲਦੇਵ ਨੇ ਹੱਸ ਕੇ ਕਿਹਾ, ਅਡੋਪਟ ਤੇ ਤਾਂ ਕਰਾਂ ਜੇ ਮੈਨੂੰ ਆਪਣੀ ਨਾ ਲੱਗਦੀ ਹੋਵੇ, ਹੈ ਨਾ ਧਰਮ? ਮੈਡਮ ਨੇ ਧਰਮ ਵੱਲ ਮੂੰਹ ਕਰਕੇ ਬਲਦੇਵ ਦੀ ਗੱਲ ਦਾ ਜਵਾਬ ਦਿੱਤਾ। ਧਰਮ ਅੱਗੋਂ ਕੁਝ ਨਹੀਂ ਬੋਲਿਆ।